असुन प्रेम उमाहड़ा, क्यों मिलिया हर जाए। मन तन प्यास दर्शन घणी, कोई आण मिलावै माए। संतो सहाई प्रेम के, हाँ तिनका लागा पाए। विण प्रभ क्यों सुख पाइया, दूजी नाही जाए। जिन्नी चाखिया प्रेम रस, से तृप्त रहे आगाए। आप त्याग बिनती करह, लेहो प्रभु लड़लाए। जो हर कंत मिलाइया, से विछुड़ कतह ना जाए। प्रभ विण दूजा को नहीं, नानक हर शरणाए। असु सुखी वसंदिया, जिन्ना मया हर राए। प्रभ विण दूजा को नहीं, नानक हर शरणाए। असु सुखी वसंदिया, जिन्ना मया हर राए। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। ज्ञान ध्यान किछ कर्म ना जाना, सार ना जाना तेरी। सब ते वड्डा सतगुर नानक, जिन काल राखी मेरी। ना हूँ जति सती नहीं पढ़िया, मूरख मुग्धा जन्म पया। प्रणवत नानक तिन की सरना, जिन तू नाही विसरिया। प्रणवत नानक तिन की सरना, जिन तू नाही विसरिया। गरीब नवाज कृपालू दयालु, चवर छतर तख्त दे मालक, राजान राज पानान पान, देवान देव उपमा महान सतगुरु। खंडा ब्रह्मंडां दे मालक सतगुरु, धन श्री गुरु गुरु ग्रंथ साहिब जी। समरथ मालक पातशाह दी पावन गोद अंदर, गुर कलगीधर पातशाह सरबंस दानी बाला प्रीतम चोजी प्रीतम साहिब श्री गुरु गुरु गोबिंद सिंह साहिब महाराज जी दे इस महान पवित्र प्रगट अस्थान तखत श्री हरमंदर जी श्री पटना साहिब दी पावन इलाही सरजमीन ते हजूर दी पावन गोद अंदर दूरों नेड़ियों चल के इस आलसी मन का मुकाबला करदियां, इस मौसम का मुकाबला करदियां होया, कई प्रकार दियां रुकावटां नूं तोड़दियां होया गुरु की गोद अंदर बड़ी शरधा भावना नाल शरीर करके सुरत करके जुड़ चुके गुरु सवारे खालसा जी। आओ साहिब जी की महान बख्शिश नूं माणीए। हजूर जो असीसां दे के निवाज रहे ने, पिछले महीने की संपूर्णता हुई है, असू दे महीने की आरंभता हुई है। मालक साहिब जी अज जो असीसां दे रहे ने, हजूर दियां बख्शिशां नूं मानदियां अरदास करिए पातशाह मन बिरतियां सुरत इंद्रियां की एकाग्रता दिओ, प्रेम भावना प्रीत प्रतीत की दात दिओ, कुछ कहण सुनन दा बल बख्शो। आओ जितने भी संसार भर विच बह के सरवण कर रहे हाँ, गुरफतेह की सांझ करो भावना नाल आखो जी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸੁਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਏ। ਹਜੂਰ ਪਾਤਸ਼ਾਹ ਜੀ ਇਸ ਅੱਸੂ ਦੇ ਮਹੀਨੇ 'ਚ ਜੋ ਉਪਦੇਸ਼ ਬਖਸ਼ ਰਹੇ ਨੇ ਕਿ ਇਹ ਜੀਵ ਤੇਰੇ ਜੀਵਨ ਦੇ ਅੰਦਰ ਪਿਛਲਾ ਜਿਹੜਾ ਭਾਦੋਂ ਦਾ ਮਹੀਨਾ ਸੀ ਉਹ ਪ੍ਰਾਰੰਭ ਹੋਇਆ ਤੇ ਸੰਪੂਰਨ ਹੋ ਗਿਆ। ਉਸ ਮਹੀਨੇ ਵਿੱਚ ਵੀ ਸਾਹਿਬ ਕਹਿੰਦੇ ਤੈਨੂੰ ਬੜਾ ਕੁਛ ਜਿਹੜਾ ਸੀ ਸਮਝਾਇਆ ਸੀ, ਤੇ ਜੇ ਮੈਂ ਥੋੜ੍ਹਾ ਜਿਹਾ ਉਧਰ ਆਪ ਜੀ ਦੀ ਪੰਛੀ ਝਾਤ ਮਾਰ ਕੇ ਥੋੜ੍ਹੀ ਜਿਹੀ ਸੁਰਤ ਲਿਜਾਵਾਂ ਤਾਂ ਹਜੂਰ ਨੇ ਕਿਹਾ ਸੀ ਭਾਦੋਂ ਦੇ ਮਹੀਨੇ ਵਿੱਚ ਜੀਵ ਇਸਤਰੀਆਂ ਭਰਮ ਵਿੱਚ ਪੈ ਕੇ ਭੁੱਲ ਗਈਆਂ ਨੇ, ਇਹਨਾਂ ਦੇ ਅੰਦਰ ਦੂਜਾ ਪ੍ਰੇਮ ਦੂਜਾ ਹੇਤ ਲੱਗ ਗਿਆ। ਪਰ ਉਸ ਤੋਂ ਬਾਅਦ ਕਹਾਣੀ ਕੀ ਬਣੀ ਹੈ, ਜਿਸ ਅਕਾਲ ਪੁਰਖ ਪਰਮੇਸ਼ਰ ਨੂੰ ਛੱਡ ਕੇ ਸੰਸਾਰ ਦੇ ਕੰਮਾਂ 'ਚ ਰੁੱਝ ਗਈ, ਕਾਰਜ ਨਾ ਹੀ ਕੇਤ, ਇਹ ਤੇਰੇ ਕਿਸੇ ਕੰਮ ਨਹੀਂ। ਫਿਰ ਸਾਹਿਬ ਨੇ ਕਿਹਾ ਜਿਸ ਦੇਹੀ ਨੂੰ ਤੂੰ ਦਿਨ ਰਾਤ ਸ਼ਿੰਗਾਰਦੀ ਹੈ, ਇਹ ਜੀਵ ਇਸਤਰੀ ਜਿਸ ਦਿਨ ਇਹ ਦੇਹੀ ਤੇਰੀ ਬਿਨਸਸਨੀ ਹੈ, ਉਸ ਦਿਨ ਕੀ ਹੋਣਾ, ਇਹਨਾਂ ਲੋਕਾਂ ਨੇ ਤੈਨੂੰ ਤਿਤ ਵੇਲੇ ਕਹਿ ਸਨ ਪ੍ਰੇਤ, ਇਹ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਇਹ ਤੇਰੀ ਹਾਲਤ ਹੋ ਜਾਣੀ ਹੈ। ਫਿਰ ਮਹਾਰਾਜ ਨੇ ਇਹ ਵੀ ਸਾਨੂੰ ਸਮਝਾਇਆ ਸੀ, ਇਹ ਜਿਹੜੇ ਲੋਕ ਤੇਰੇ ਨਾਲ ਜੁੜ ਜੁੜ ਕੇ ਬਹਿੰਦੇ ਨੇ, ਗੋਡੇ ਨਾਲ ਗੋਡਾ ਲਾ ਕੇ ਬਹਿੰਦੇ ਨੇ, ਮੋਢੇ ਨਾਲ ਮੋਢਾ ਲਾ ਤੇਰੇ ਨਾਲ ਤੁਰਦੇ ਨੇ, ਜਿਸ ਦਿਨ ਤੈਨੂੰ ਇਹ ਸੰਸਾਰ ਤੋਂ ਤੁਰਨਾ ਪਏਗਾ ਉਸ ਦਿਨ ਛੱਡ ਖੜੋਤੇ ਖਿਨੈ ਮਾਏ, ਕਿਸੇ ਨੇ ਤੇਰੀ ਬਾਂਹ ਨਹੀਂ ਫੜਨੀ, ਛਿੰਨ ਲਾਉਣਾ ਇਹਨਾਂ ਨੇ ਤੇ ਛੱਡ ਕੇ ਪਛਾਂ ਹੋ ਜਾਣਾ ਹੈ। ਤੇ ਫਿਰ ਤੈਨੂੰ ਅਗਲੇ ਜਹਾਨੇ ਉਹ ਜਮਦੂਤ ਜਿਹੜੇ ਨੇ ਉਹ ਲਿਜਾਣਗੇ, ਤੇ ਜਦੋਂ ਲਿਜਾਣ ਲੱਗੇ ਉਹਨਾਂ ਭੇਤ ਨਾ ਦੇਣੀ ਕਿਸੇ, ਉਹਨਾਂ ਕਿਸੇ ਨੂੰ ਭੇਤ ਨਹੀਂ ਦੇਣਾ, ਅਸੀਂ ਤੈਨੂੰ ਲੈ ਚੱਲੇ ਹਾਂ। ਫਿਰ ਸਾਹਿਬ ਪਾਤਸ਼ਾਹ ਕਹਿੰਦੇ ਜਦੋਂ ਤੂੰ ਅੱਗੇ ਤੁਰੇਂਗਾ ਉੱਥੇ ਜਾ ਕੇ ਕੀ ਹੋਣਾ, ਜੇਹਾ ਬੀਜੈ ਸੋ ਲੁਣਾ, ਜੋ ਤੂੰ ਸੰਸਾਰ ਤੇ ਬੀਜ ਕੇ ਗਿਆ ਹੈ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਉਹ ਅੱਗੇ ਜਾ ਕੇ ਸੋ ਲੁਣਾ, ਤੈਨੂੰ ਉਹੀ ਕੁਝ ਸਾਹਿਬ ਕਹਿੰਦੇ ਸੀ ਵੱਢਣਾ ਪਏਗਾ। ਤੇ ਮਾਲਕ ਨੇ ਕਿਹਾ ਸੀ ਨਾਨਕ ਪ੍ਰਭ ਸਰਨਾਗਤੀ, ਜੇ ਤੂੰ ਭਲਾ ਚਾਹਣਾ ਤੇ ਕਰਤੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਲੈ। ਤੇ ਅਖੀਰ ਪਿਛਲੇ ਮਹੀਨੇ 'ਚ ਮਹਾਰਾਜ ਨੇ ਕਿਹਾ ਸੀ ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਨੂੰ ਗੁਰੂ ਰੱਖਣ ਵਾਲਾ ਹੋ ਜਾਵੇ ਉਹ ਫਿਰ ਭਾਦੋਂ ਦੇ ਮਹੀਨੇ ਵਿੱਚ ਇੱਥੇ ਵੀ ਵਕਾਰਾਂ ਰੂਪੀ ਦੁੱਖਾਂ ਰੂਪੀ ਵਾਸ਼ਨਾ ਤ੍ਰਿਸ਼ਨਾ ਰੂਪੀ ਨਰਕਾਂ 'ਚ ਨਹੀਂ ਪੈਂਦੇ, ਤੇ ਨਾਲ ਮਾਲਕ ਸਾਹਿਬ ਜੀ ਨੇ ਕਿਹਾ ਉਹ ਅਗਲੇ ਜਹਾਨੇ ਵੀ ਨਰਕ ਨਹੀਂ ਪੈਂਦੇ। ਸਤਿਗੁਰੂ ਪਾਤਸ਼ਾਹ ਫਿਰ ਤੁੱਠੇ, ਮਹੀਨਾ ਅਸੀਂ ਲੰਘਾ ਲਿਆ, ਭਾਵੇਂ ਅਸੀਂ ਯਾਦ ਕੀਤਾ ਉਹਨੂੰ ਭਾਵੇਂ ਅਸੀਂ ਨਹੀਂ ਕੀਤਾ, ਪਰ ਗੁਰੂ ਆਪਣੇ ਸੁਭਾਅ ਮੁਤਾਬਕ ਤੁੱਠ ਕੇ ਸਾਡੇ ਤੇ ਬਖਸ਼ਿਸ਼ ਕਰਨ ਲਈ ਫਿਰ ਸਿੰਘਾਸਨ ਬਹਿ ਗਿਆ। ਤੇ ਪਾਤਸ਼ਾਹ ਜੀ ਕਹਿੰਦੇ ਅੱਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ, ਪਿਛਲੇ ਮਹੀਨੇ ਦਾ ਸ਼ੁਕਰਗੁਜ਼ਾਰ ਕਰੀਏ। ਇਹ ਆਪਾਂ ਜਿਹੜੇ ਬਹਿੰਦੇ ਆ ਨਾ, ਇਹਦੇ ਦੋ ਕਾਰਨ ਹੋ ਜਾਂਦੇ, ਇੱਕ ਤਾਂ ਪਿਛਲੇ ਮਹੀਨੇ ਦਾ ਸ਼ੁਕਰਾਨਾ ਕਰਨ ਲਈ ਮਾਲਕ ਕੋਲ ਬਹਿਨੇ, ਦਾਤਾ ਤੇਰੀ ਕਿਰਪਾ ਨਾਲ ਪਿਛਲਾ ਮਹੀਨਾ ਸੁੱਖਾਂ ਨਾਲ ਬਤੀਤ ਹੋ ਗਿਆ, ਤੇ ਦੂਜਾ ਸਾਡੇ ਬਹਿਣ ਦਾ ਕਾਰਨ ਇਹ ਕਿ ਦਾਤਾ ਇਹ ਮਹੀਨਾ ਪ੍ਰਾਰੰਭ ਹੋ ਰਿਹਾ ਹੈ, ਤਰਸ ਕਰੀ ਸਾਨੂੰ ਨਾਮ ਚੇਤੇ ਆਵੇ, ਸਾਡੇ ਅੰਦਰ ਬੰਦਗੀ ਹੋਵੇ, ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ, ਸਾਨੂੰ ਗੁਰਸਿੱਖੀ ਦਈ, ਸਾਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ੀ। ਖੈਰ ਸਭ ਪ੍ਰਾਰੰਭਤਾ ਕਰਦੇ ਅਸੁਨ ਪ੍ਰੇਮ ਉਮਾਹੜਾ, ਅੱਸੂ ਦੇ ਮਹੀਨੇ ਅੰਦਰ ਪ੍ਰੇਮ ਦਾ ਉਮਾਹ ਪੈਦਾ ਹੋਵੇ, ਜਾਂ ਜਗਿਆਸੂ ਜੀਵ ਇਸਤਰੀ ਅੰਦਰ ਅੱਸੂ ਦੇ ਮਹੀਨੇ 'ਚ ਪ੍ਰੇਮ ਦਾ ਉਮਾਹ ਪੈਦਾ ਹੋਇਆ। ਹੁਣ ਉਮਾਹ ਅਸੀਂ ਇਹਨੂੰ ਸਰਲ ਜਿਹੇ ਸ਼ਬਦ 'ਚ ਕਹੀਏ, ਇੱਕ ਹੁਲਾਸ ਆਉਣਾ ਅੰਦਰ, ਇੱਕਦਮ ਪ੍ਰੇਮ ਨੇ ਉਛਾਲਾ ਮਾਰਨਾ। ਵੈਸੇ ਸੰਸਾਰ ਦੇ ਵਿੱਚ ਬੜੇ ਲੋਕ ਪ੍ਰੇਮ ਕਰਦੇ ਨੇ, ਪਰ ਇਹ ਪ੍ਰੇਮ ਜਾਂ ਤਾਂ ਕਿਸੇ ਲੋੜ 'ਤੇ ਖੜਾ ਹੁੰਦਾ ਵੀ ਲੋੜ ਦੀ ਪੂਰਤੀ ਹੋ ਰਹੀ ਹੈ। ਅਸਲ ਵਿੱਚ ਪ੍ਰੇਮ ਜਿਹੜਾ ਨਾ ਇਹਦੀ ਡੈਫੀਨੇਸ਼ਨ ਹੀ ਬੜੀ ਵੱਖਰੀ ਹੈ। ਜੇ ਤਾਂ ਅਸੀਂ ਲੋੜ ਦੇ ਆਧਾਰ 'ਤੇ ਤੁਰੇ ਹਾਂ ਉਹ ਪ੍ਰੇਮ ਨਹੀਂ ਹੋ ਸਕਦਾ। ਜੇ ਅਸੀਂ ਕਹੀਏ ਵੀ ਸਾਡੀ ਲੋੜ ਪੂਰੀ ਹੁੰਦੀ, ਮੈਂ ਇਹਦੇ ਨਾਲ ਪਿਆਰ ਬੜਾ ਕਰਦਾ, ਨਹੀਂ ਤੇਰਾ ਪਿਆਰ ਨਹੀਂ ਹੈ, ਤੂੰ ਲੋੜ ਕਰਕੇ ਜੁੜਿਆ ਹੋਇਆ। ਕਈ ਵਾਰ ਅਸੀਂ ਉੱਚਾ ਬੰਦਾ ਸਮਝ ਕੇ ਵੀ ਉਹ ਪੈਸੇ ਪੱਖੋਂ ਉੱਚਾ ਹੈ, ਉਹ ਰਾਜਨੀਤਿਕ ਪੱਖੋਂ ਉੱਚਾ ਹੈ, ਸੰਸਾਰ ਵਿੱਚ ਸਨਮਾਨ ਪੱਖੋਂ ਉੱਚਾ ਹੈ, ਅਸੀਂ ਉਹਦੇ ਨਾਲ ਜੁੜਦੇ ਹਾਂ, ਜਾਂ ਉਹਨੂੰ ਭੁਲੇਖਾ ਪੈਂਦਾ ਜਾਂ ਲੋਕਾਂ ਨੂੰ ਭੁਲੇਖਾ ਪੈਂਦਾ ਵੀ ਇਹ ਉਹਦੇ ਨਾਲ ਬੜਾ ਪ੍ਰੇਮ ਕਰਦਾ। ਪਰ ਪ੍ਰੇਮ ਕਰਨ ਦਾ ਰੀਜ਼ਨ ਕੀ, ਉਹ ਸਾਡੇ ਤੋਂ ਵੱਡਾ, ਉਹ ਸਾਡੇ ਤੋਂ ਉੱਚਾ ਹੈ। ਬੱਚੇ ਮਾਂ ਪਿਓ ਨਾਲ ਪ੍ਰੇਮ ਕਰਦੇ, ਰੀਜ਼ਨ ਇਹ ਸਾਡੇ ਤੋਂ ਵੱਡੇ ਨੇ। ਬਜ਼ੁਰਗਾਂ ਨਾਲ ਪ੍ਰੇਮ ਕਰੀਏ, ਇਹ ਸਾਡੇ ਤੋਂ ਵੱਡੇ ਨੇ, ਸਤਿਕਾਰ ਦੇਣਾ ਹੈ। ਗੁਰੂ ਨਾਲ ਵੀ ਕਈ ਦਫਾ ਇਹੀ ਕਾਰਨ ਬਣ ਜਾਂਦਾ ਸਿਰਫ ਪ੍ਰੇਮ ਦਾ ਕਿ ਗੁਰੂ ਸਾਡੇ ਤੋਂ ਵੱਡਾ ਹੈ। ਪਰ ਪ੍ਰੇਮ ਦੀ ਸਹੀ ਵਿਆਖਿਆ ਇਹ ਹੈ ਜਿੱਥੇ ਜਾ ਕੇ ਵੱਡੇ ਛੋਟੇ ਦਾ ਭੇਦ ਖਤਮ ਹੋ ਜਾਣਾ।
ਜਿੱਥੇ ਊਚ ਨੀਚ ਦਾ ਭੇਦ ਖਤਮ ਹੋ ਜਾਣਾ, ਜਿੱਥੇ ਲੋੜਾਂ ਸਵਾਰਥ ਵਾਲੀ ਸੋਚ ਜਿਹੜੀ ਖਤਮ ਹੋ ਜਾਣੀ। ਜਿਸ ਦਿਨ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਸੀਸ ਮੰਗੇ ਨੇ ਤਾਂ ਜਿਹੜੇ ਗੁਰੂ ਕੇ ਲਾਲ ਉੱਠ ਖੜੇ ਹੋਏ ਨੇ, ਨਾ ਉਹਨਾਂ ਦੇ ਅੰਦਰ ਕੋਈ ਲੋੜ ਕੋਈ ਸਵਾਰਥ ਹੈ ਵੀ ਜੇ ਅਸੀਂ ਸੀਸ ਦੇਵਾਂਗੇ ਪਤਾ ਨਹੀਂ ਸਾਨੂੰ ਕੀ ਮਿਲ ਜਾਣਾ, ਨਾ ਉਹਨਾਂ ਦੇ ਅੰਦਰ ਇਹੀ ਹੈ ਕਿ ਗੁਰੂ ਵੱਡਾ ਹੈ ਤੇ ਅਸੀਂ ਛੋਟੇ ਹਾਂ, ਅਸੀਂ ਕੇਵਲ ਸਤਿਕਾਰ ਕਰਨ ਲਈ ਖੜੇ ਹੋ ਗਏ। ਨਹੀਂ, ਇੱਕ ਪ੍ਰੇਮ ਦੀ ਖੇਡ ਹੈ। ਉਸ ਪ੍ਰੇਮ ਦੇ ਅੰਦਰ ਮਾਲਕ ਭਾਵੇਂ ਤੂੰ ਸੀਸ ਮੰਗ ਲਾ, ਭਾਵੇਂ ਤੂੰ ਬੰਦ ਕੱਟ ਦੇ, ਜੋ ਮਰਜ਼ੀ ਕਰ, ਇਹ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਅਸੀਂ ਤਾਂ ਸਭ ਕੁਝ ਤੈਨੂੰ ਸੌਂਪ ਕੇ ਬੈਠੇ ਹੋਏ। ਫਿਰ ਮਾਲਕ ਐਸੀ ਖੇਡ ਖੇਡੀ ਗੁਰ ਕਲਗੀਧਰ ਪਾਤਸ਼ਾਹ ਨੇ, ਜਿੱਥੇ ਸਾਹਿਬ ਜੀ ਨੇ ਕਹਿ ਦਿੱਤਾ ਕਿ ਹੁਣ ਇਹਨਾਂ ਦੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਸਾਹਿਬ ਪਾਤਸ਼ਾਹ ਕਹਿੰਦੇ ਹੁਣ ਫਰਕ ਹੀ ਖਤਮ ਹੋ ਗਿਆ। ਗੁਰੂ ਤੇ ਚੇਲਾ ਇੱਕ ਹੋ ਗਏ, ਚੇਲਾ ਤੇ ਗੁਰੂ ਇੱਕ ਹੋ ਗਏ। ਹੁਣ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਵਿਸਾਖੀ ਤੇ ਖਾਸ ਕਰਕੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇਹ ਉਹ ਖੇਡ ਬਣ ਗਈ। ਪ੍ਰੇਮ ਦੀ ਗੱਲ ਸਾਹਿਬ ਜੀ ਨੇ ਕੀਤੀ। ਪ੍ਰੇਮ ਦਾ ਉਮਾਹ ਆਇਆ ਅੱਸੂ ਦੇ ਮਹੀਨੇ ਅੰਦਰ, ਜਿਨ੍ਹਾਂ ਅੰਦਰ ਫਿਰ ਉਹ ਪੁੱਛਦੀਆਂ ਨੇ ਕਿਉਂ ਮਿਲੀਐ ਹਰ ਜਾਏ। ਉਹ ਹਰੀ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾਵੇ, ਉਸ ਹਰੀ ਪਰਮੇਸ਼ਰ ਤੱਕ ਕਿਵੇਂ ਜਾਇਆ ਜਾਵੇ, ਉਹਦੇ ਤੱਕ ਇਸ ਸੁਰਤ ਦਾ ਪੰਧ ਜਿਹੜਾ ਕਿਵੇਂ ਤੈਅ ਹੋਵੇ। ਫਿਰ ਉਹ ਹਰੀ ਪਰਮੇਸ਼ਰ ਰਹਿੰਦਾ ਕਿੱਥੇ ਹੈ? ਜਦੋਂ ਅਸੀਂ ਬਾਣੀ 'ਚ ਬਚਨ ਪੜ੍ਹਦੇ, ਸੋ ਦਰ ਕੇਹਾ ਸੋ ਘਰ ਕੇਹਾ ਜਿਤ ਵਹਿ ਸਰਬ ਸੰਭਾਲੇ, ਤਾਂ ਸਾਹਿਬ ਪਾਤਸ਼ਾਹ ਕਹਿੰਦੇ ਹਰ ਜਾਏ। ਉਹ ਹਰੀ ਪਰਮੇਸ਼ਰ ਜਾਏ ਸਾਰੀਆਂ ਥਾਵਾਂ ਅੰਦਰ ਸਰਵੱਤਰ ਵਿਆਪਕ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਤਾਂ ਸਾਹਿਬ ਕਹਿੰਦੇ ਉਹਨੂੰ ਕਿਉਂ ਮਿਲੀ ਹੈ, ਕਿਵੇਂ ਮਿਲਿਆ ਜਾਏ। ਇਹ ਕਿਉਂ ਸ਼ਬਦ ਦੋ ਅਰਥਾਂ ਵਿੱਚ ਹੁੰਦਾ ਹੈ। ਇੱਕ ਤਾਂ ਕਿਸ ਪ੍ਰਕਾਰ ਮਿਲਿਆ ਜਾਵੇ, ਇੱਕ ਹੁੰਦਾ ਆਪਾਂ ਕਹਿੰਦੇ ਆਹ ਕੰਮ ਤੂੰ ਕਿਉਂ ਕੀਤਾ, ਤੇ ਇੱਕ ਹੁੰਦਾ ਆਹ ਕੰਮ ਕਿਵੇਂ ਹੋਵੇਗਾ। ਦੋ ਅਰਥ ਹੁੰਦੇ ਨੇ ਕਿਉਂ ਦੇ। ਇੱਥੇ ਹੈ ਉਸ ਪਰਮੇਸ਼ਰ ਦੇ ਨਾਲ ਸਾਹਿਬ ਕਹਿੰਦੇ ਮਿਲਾਪ ਕਿਵੇਂ ਹੋਵੇਗਾ, ਕਿਉਂਕਿ ਅਸੀਂ ਜੀਵ ਇਸਤਰੀਆਂ ਉਹਦੇ ਨਾਲੋਂ ਬੜੇ ਲੰਬੇ ਅਰਸੇ ਤੋਂ ਵਿਛੜੀਆਂ ਹੋਈਆਂ ਹਾਂ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਸਭ ਕਹਿੰਦੇ ਮੇਰੇ ਮਨ ਦੇ ਅੰਦਰ ਤੇ ਤਨ ਦੇ ਅੰਦਰ ਉਹਦੇ ਦਰਸ਼ਨਾਂ ਦੀ ਘਣੀ ਪਿਆਸ ਹੈ। ਇੱਕ ਥੋੜੀ ਜਿਹੀ ਪਿਆਸ ਹੁੰਦੀ ਵੀ ਪਾਣੀ ਦੀ ਪਿਆਸ ਹੈ, ਨਹੀਂ ਮਿਲੇਗਾ ਤਾਂ ਪੌਣਾ ਘੰਟਾ ਸਰ ਜੇਗਾ। ਇੱਕ ਉਹ ਪਿਆਸ ਹੁੰਦੀ ਜਦੋਂ ਅਸੀਂ ਕਹਿੰਦੇ ਵੀ ਇੱਕ ਬੂੰਦ ਹੀ ਜਿਹੜੀ ਉਹ ਪ੍ਰਾਪਤ ਹੋ ਜੇ। ਜਿਵੇਂ ਬੰਬੀਹਾ ਜਿਹੜਾ ਹੈ, ਹਜ਼ੂਰ ਕਹਿੰਦੇ ਇੱਕ ਬੂੰਦ ਨੂੰ ਹੀ ਪ੍ਰਾਪਤ ਕਰਨ ਲਈ ਉਹ ਕਿਤੇ ਸਵਾਂਤੀ ਬੂੰਦ ਦੇ ਗਲਾਸ ਨਹੀਂ ਭਰ ਕੇ ਪੀਂਦਾ, ਕੇਵਲ ਇੱਕ ਬੂੰਦ ਲਈ ਤੜਫਦਾ ਉਹ, ਇੱਕ ਬੂੰਦ ਲਈ। ਤੇ ਜੇ ਉਹਨੂੰ ਇੱਕ ਬੂੰਦ ਨਾ ਮਿਲੇ ਤੇ ਫਿਰ ਉਹ ਕਹਿੰਦਾ ਵੀ ਛੁਟਕ ਜਾਹੇ ਮੇਰੇ ਪ੍ਰਾਣ ਛੁੱਟ ਜਾਣਗੇ ਇਸ ਬੂੰਦ ਤੋਂ ਬਿਨਾਂ। ਤੇ ਸਾਹਿਬ ਬਾਣੀ 'ਚ ਬਚਨ ਕਹਿੰਦੇ ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੈ। ਇੱਕ ਉਹ ਤੜਫ ਪੈਦਾ ਹੋ ਜਾਣੀ ਵੀ ਬਸ ਹੁਣ ਮਰ ਚੱਲੇ ਆ। ਪਾਣੀ ਦੀ ਇੰਨੀ ਪਿਆਸ ਲੱਗੀ ਕਿ ਬੰਦਾ ਕਹਿੰਦਾ ਵੀ ਜੇ ਹੁਣ ਨਾ ਮਿਲਿਆ ਨਾ, ਗਲਾ ਸੁੱਕ ਗਿਆ, ਬੁੱਲ ਸੁੱਕ ਗਏ ਨੇ, ਸਾਹ ਔਖੇ ਆਉਣ ਲੱਗੇ ਨੇ, ਜੇ ਨਾ ਮਿਲਿਆ ਤੇ ਹੁਣ ਖਤਮ ਹੋ ਜਾਵਾਂਗੇ। ਉਹਦੇ ਦਰਸ਼ਨਾਂ ਦੀ ਐਸੀ ਘਣੀ ਪਿਆਸ ਹੋ ਜਾਣੀ। ਸਾਹਿਬ ਬਾਣੀ 'ਚ ਇੱਕ ਵਚਨ ਕਹਿੰਦੇ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਉ ਅਨ ਦਿਨ ਨੀਤ। ਮੈਂ ਉਹਦੇ ਦਰਸ਼ਨਾਂ ਦੀ ਪਿਆਸੀ ਹਾਂ। ਤੇ ਪਿਆਸੀ ਕੈਸੀ ਹਾਂ? ਦਿਨ ਸਰਾਤ। ਸਾਨੂੰ ਪਾਣੀ ਦੀ ਪਿਆਸ ਹਰ ਵੇਲੇ ਨਹੀਂ ਲੱਗੀ ਰਹਿੰਦੀ, ਦਿਨ 'ਚ 2 4 5 ਵਾਰੀ ਲੱਗਦੀ ਹੋਵੇਗੀ, ਪਰ ਰਾਤ ਨੂੰ 6 ਘੰਟੇ ਸੌਂ ਲਿਆ, 6 ਘੰਟੇ ਸੁੱਤਿਆਂ ਪਿਆਸ ਨਹੀਂ ਲੱਗੀ। ਪਰ ਉਹਦੇ ਦਰਸ਼ਨਾਂ ਦੀ ਪਿਆਸ ਸਾਹਿਬ ਕਹਿੰਦੇ ਦਿਨ ਸਰਾਤ ਦਿਨ ਰਾਤ ਲੱਗੀ ਰਹਿੰਦੀ ਹੈ। ਤੇ ਉਹਦੇ ਨਾਮ ਦੀ ਭੁੱਖ, ਜਦੋਂ ਅਸੀਂ ਬਚਨ ਪੜ੍ਹਦੇ ਸਾਚੇ ਨਾਮ ਕੀ ਲਾਗੈ ਭੂਖ, ਉਹਦੇ ਨਾਮ ਦੀ ਭੁੱਖ ਵੀ ਜਿਹੜੀ ਹੈ ਉੱਠੇ ਪਹਿਰ ਜਗਿਆਸੂ ਦੇ ਅੰਦਰ ਲੱਗਦੀ ਹੈ। ਤਾਂ ਸਾਹਿਬ ਕਹਿੰਦੇ ਘਣੀ ਪਿਆਸ ਹੈ, ਪਰ ਹੁਣ ਇਸ ਪਿਆਸ ਨੂੰ ਬੁਝਾਉਣ ਲਈ ਕੋਈ ਆਣ ਮਿਲਾਵੇ ਮਾਏ। ਜਿਵੇਂ ਆਪਾਂ ਕਹੀਏ ਭਾਈ ਕੋਈ ਪਾਣੀ ਦਾ ਗਲਾਸ ਹੀ ਫੜਾ ਦਿਓ, ਕੋਈ ਆਣ ਮਿਲਾਵੇ ਮਾਏ। ਮੇਰੇ ਅੰਦਰ ਪਿਆਸ ਹੈ, ਕੋਈ ਮੈਨੂੰ ਉਸ ਹਰੀ ਪਰਮੇਸ਼ਰ ਨਾਲ ਮਿਲਾ ਦੇਵੇ। ਕਾਰਨ ਕੀ? ਤੂੰ ਆਪ ਨਹੀਂ ਮਿਲ ਸਕਦੀ। ਜਿਵੇਂ ਆਪਾਂ ਕਈ ਵਾਰ ਕੋਈ ਕਵੇ ਮੈਨੂੰ ਪਾਣੀ ਫੜਾ ਦੇ, ਤੇ ਆਪਾਂ ਕੋਈ ਜਵਾਬੀ ਕਾਰਵਾਈ ਕਰਕੇ ਕਹੀਏ ਤੂੰ ਨਹੀਂ ਉੱਠ ਕੇ ਫੜ ਸਕਦਾ, ਤੇ ਆਪਾਂ ਫਿਰ ਕਹਿੰਦੇ ਹੁੰਦੇ ਮੈਂ ਠੀਕ ਨਹੀਂ ਹੈਗਾ, ਮੇਰੇ ਪੈਰ ਨਹੀਂ ਕੰਮ ਕਰਦੇ ਪਏ, ਜਾਂ ਇੰਜ ਕਹਿ ਲਓ ਮੇਰਾ ਕੋਈ ਕਾਰਨ ਹੈ ਮੈਂ ਉੱਠ ਨਹੀਂ ਸਕਦਾ। ਬਸ ਇਸੇ ਤਰ੍ਹਾਂ ਜਦੋਂ ਕਿਹਾ ਕੋਈ ਆਣ ਮਿਲਾਵੇ ਮਾਏ, ਤਾਂ ਕੀ ਕਾਰਨ ਹੈ, ਕਿਉਂ ਮਿਲਾਵੇ? ਤਾਂ ਸਾਡੀ ਉੱਥੇ ਇੱਕ ਦੁੱਖ ਭਰੀ ਵਿਥਿਆ ਇਹ ਹੈ ਕਿ ਮੇਰੇ ਕੋਲ ਉਹ ਪੈਰ ਨਹੀਂ ਹੈਗੇ ਜਿਨ੍ਹਾਂ ਪੈਰਾਂ ਦੇ ਨਾਲ ਚੱਲ ਕੇ ਮੈਂ ਉਸ ਹਰੀ ਪਰਮੇਸ਼ਰ ਕੋਲ ਪਹੁੰਚ ਜਾਵਾਂ। ਨਹੀਂ ਉਹ ਹੈਗੇ ਪੈਰ। ਉਹ ਪ੍ਰੇਮ ਦਾ ਰਸਤਾ ਹੈ।
ਉਸ ਪ੍ਰੇਮ ਦੇ ਰਸਤੇ ਉੱਤੇ ਭਾਵਨਾ ਦੇ ਪੈਰਾਂ ਨਾਲ ਤੁਰਿਆ ਜਾਣਾ ਸਾਡੇ ਕੋਲ ਨਹੀਂ ਹੈਗੀ। ਸ਼ਰਧਾ ਦੇ ਕਦਮ ਪੁੱਟਣੇ ਪੈਣੇ, ਉਹ ਲਾਂਘਾਂ ਪੁੱਟਣੀਆਂ ਪੈਣੀਆਂ, ਸਾਡੇ ਕੋਲ ਨਹੀਂ ਹੈਗੀ। ਸੋ ਇਸ ਤਰ੍ਹਾਂ ਕੋਈ ਕਮਾਈ ਵਾਲਾ ਸਾਡੇ ਤੇ ਤਰਸ ਕਰੇ, ਜਿਹਨੂੰ ਅਸੀਂ ਵਚਨ ਪੜ੍ਹਦੇ ਹਾਂ, ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਰੱਬੀ ਪਿਆਰਾ ਮੈਨੂੰ ਉਸ ਹਰੀ ਪਰਮੇਸ਼ਰ ਦੇ ਨਾਲ ਜੋੜ ਦਵੇ। ਜੋੜਨ ਦਾ ਭਾਵ ਕੀ? ਮੈਨੂੰ ਉਹਦੇ ਨਾਲ ਮਿਲਾ ਦਵੇ, ਮੇਰੇ ਅੰਦਰ ਉਹਦੀ ਤਾਂਘ ਪੈਦਾ ਕਰੇ, ਮੇਰੇ ਅੰਦਰ ਉਹਦੀ ਜਿਗਿਆਸਾ ਪੈਦਾ ਕਰੇ, ਮੇਰੇ ਅੰਦਰ ਉਹਦੀ ਇੱਛਾ ਪੈਦਾ ਕਰੇ। ਤਾਂ ਸਾਹਿਬ ਕਹਿੰਦੇ ਕੋਈ ਇਸ ਤਰ੍ਹਾਂ ਦਾ ਮਿਲੇ ਮੇਰੇ ਮਨ ਦੇ ਅੰਦਰ ਤੇ ਤਨ ਦੇ ਅੰਦਰ, ਉਸ ਪਰਮੇਸ਼ਰ ਦੇ ਦਰਸ਼ਨਾਂ ਦੀ ਬੜੀ ਘਣੀ ਪਿਆਸ ਹੈ। ਤਨ ਦੀ ਪਿਆਸ ਕੀ ਹੁੰਦੀ ਹੈ? ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਇਹ ਤਨ ਦੀ ਪਿਆਸ ਹੈ ਕਿ ਅੱਖਾਂ ਉਹਨੂੰ ਦੇਖੇ ਬਿਨਾਂ ਰਹਿ ਨਹੀਂ ਪਾਉਂਦੀਆਂ। ਇਹ ਤਨ ਦੀ ਪਿਆਸ ਹੈ ਕਿ ਇਹ ਮੇਰੇ ਮਾਲਕ ਪਰਮੇਸ਼ਰ ਜੀ, ਇਹ ਨੇਤਰ ਜਿਹੜੇ ਹਨ ਤੈਨੂੰ ਦੇਖਣਾ ਲੋਚਦੇ ਨੇ। ਦੂਜੀ ਗੱਲ ਇਹ ਹੈ, ਜਦੋਂ ਅਸੀਂ ਉਹਦੀ ਪਿਆਸ ਬਾਰੇ ਸੁਣਾਂਗੇ, ਜਿਵੇਂ ਸੰਸਾਰੀ ਤੌਰ 'ਤੇ ਮੈਂ ਕਹਿੰਦਾ ਹੁੰਦਾ, ਕੋਈ ਰੋਟੀ ਖਾ ਰਿਹਾ ਉਹਨੂੰ ਦੇਖੀਏ ਤਾਂ ਰੋਟੀ ਖਾਣ ਨੂੰ ਭੁੱਖ ਲੱਗ ਆਉਂਦੀ ਹੈ। ਕਈ ਵਾਰ ਤੁਹਾਨੂੰ ਨਾ ਵੀ ਭੁੱਖ ਲੱਗੇ, ਕੋਈ ਬੰਦਾ ਵੈਸੇ ਪੁੱਛ ਲਿਆ ਚੀਜ਼ ਖਾਣੀ, ਉਹਨੇ ਨਾਂ ਲੈਤਾ ਤੇ ਸਾਡੇ ਅੰਦਰ ਭੁੱਖ ਪੈਦਾ ਹੋ ਗਈ। ਬਸ ਇਹ ਸਾਰਾ ਕੁਝ ਹੈ ਜਿਹਨੂੰ ਹਜ਼ੂਰ ਪਾਤਸ਼ਾਹ ਇੱਥੇ ਸਮਝਾਉਂਦੇ ਨੇ। ਸਾਹਿਬ ਦੀ ਬਾਣੀ ਦਾ ਇੱਕ ਵਚਨ ਹੈ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਕਿ ਜਦੋਂ ਉਹਨੂੰ ਸੁਣਿਆ ਨਾ, ਸੁਣਨ ਦੇ ਨਾਲ, ਜਿਹਨੂੰ ਜਪਜੀ ਸਾਹਿਬ ਅੰਦਰ ਪਾਤਸ਼ਾਹ ਜੀ ਕਹਿੰਦੇ ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਨ ਦੀਆਂ 4 ਪੌੜੀਆਂ ਮਹਾਰਾਜ ਨੇ ਉਚਾਰਨ ਕਰਤੀਆਂ। ਇੱਥੇ ਮਹਾਰਾਜ ਇਹ ਸਮਝਾਉਂਦੇ ਨੇ, ਇੱਕ ਹੁੰਦੀ ਤਨ ਦੀ ਪਿਆਸ, ਮੈਂ ਜ਼ਿਕਰ ਕਰ ਰਿਹਾ ਸੀ ਕਿ ਮੇਰੇ ਇਹ ਨੇਤਰ ਜਿਹੜੇ ਨੇ ਤੈਨੂੰ ਦੇਖਣ ਲਈ ਤੜਫਦੇ ਨੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਇਹ ਦਰਸ਼ਨਾਂ ਦੀ ਤਨ ਕਰਕੇ ਪਿਆਸ ਹੈ। ਹੁਣ ਮਨ ਕਰਕੇ ਕਿਹੜੀ ਪਿਆਸ ਹੈ? ਕਿ ਇਹ ਮੇਰੇ ਪਰਮੇਸ਼ਰ ਜੀ, ਜਿਵੇਂ ਸਵਾਂਤੀ ਬੂੰਦ ਲਈ ਬੰਬੀਹਾ ਤੜਫਦਾ, ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ, ਮੇਰੇ ਮਨ ਦੇ ਅੰਦਰ ਤੈਨੂੰ ਮਿਲਣ ਦੀ, ਤੇਰੇ ਚਰਨਾਂ ਦੀ ਪ੍ਰਾਪਤੀ ਦੀ ਐਸੀ ਤੜਫ ਹੈ। ਮਾਈ ਚਰਨ ਗੁਰ ਮੀਠੇ ਦੀ ਖੇਡ ਹੈ। ਤਾਂ ਹਜ਼ੂਰ ਕਹਿੰਦੇ ਘਣੀ ਪਿਆਸ ਹੈ, ਕੋਈ ਤਰਸ ਕਰਕੇ ਸਾਨੂੰ ਉਹਦੇ ਨਾਲ ਮਿਲਾ ਦੇਣਾ ਕਰੇ। ਸੰਤੋ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਸਭ ਕਹਿੰਦੇ ਵੀ ਜੇ ਪਿਆਸ ਹੈ ਨਾ, ਤੇ ਤੈਨੂੰ ਮਿਲਾਉਣ ਵਾਸਤੇ ਇੱਕ ਐਸਾ ਸਰੀਰ ਹੈ ਜਿਹਨੂੰ ਸੰਸਾਰ ਤੇ ਲੋਕ ਸੰਤ ਕਹਿੰਦੇ ਨੇ। ਉਹ ਸਹਾਈ, ਉਹ ਮਦਦਗਾਰ ਹੋ ਜਾਂਦੇ ਨੇ। ਕਾਹਦੇ ਲਈ? ਪ੍ਰੇਮ ਕੇ। ਪ੍ਰੇਮ ਪੈਦਾ ਕਰਨ ਲਈ ਵੀ ਕਿਸੇ ਦੀ ਮਦਦ ਚਾਹੀਦੀ ਹੁੰਦੀ ਹੈ। ਪ੍ਰੇਮ ਨੂੰ ਸਿਖਰ ਚੜਾਉਣ ਲਈ ਤਾਂ ਚਾਹੀਦੀ, ਪ੍ਰੇਮ ਪੈਦਾ ਕਰਨ ਲਈ ਵੀ ਕਿਸੇ ਦੀ ਮਦਦ ਚਾਹੀਦੀ। ਬੜੀ ਵੱਡੀ ਗੱਲ ਹੈ। ਪਰ ਇੱਥੇ ਮੈਂ ਜ਼ਿਕਰ ਕਰਾਂ ਸੰਤ। ਦੇਖੋ, ਸੰਤ 2 ਤਰ੍ਹਾਂ ਦਾ ਹੈ, ਮਾਫ ਕਰਿਓ ਮੈਨੂੰ, ਸੱਚਾਈ ਹੈ। ਜੇ ਤਾਂ ਬਾਹਰੋਂ ਸੰਤ ਬਣਨਾ ਹੈ, ਅੱਧਾ ਘੰਟਾ ਲੱਗੇਗਾ, ਸਿਰਫ ਅੱਧਾ ਘੰਟਾ। ਵੀ ਕੱਪੜੇ ਪ੍ਰੈਸ ਕਰਨੇ, ਸੋਹਣੇ ਕੱਪੜੇ ਪਾਉਣੇ, ਸੋਹਣੀ ਦਸਤਾਰ ਬੰਨ੍ਹ ਲੈਣੀ, ਮਾਲਾ ਫੜ ਲੈਣੀ, ਜੋ ਵੀ ਇੱਕ ਸੰਤ ਦੇ ਕੋਲ ਭੇਖ ਹੈ। ਅੱਧੇ ਘੰਟੇ 'ਚ ਇੱਕ ਸਾਦਾ ਮੁਰਾਦਾ ਬੰਦਾ ਐਨ ਚੰਗੀ ਤਰ੍ਹਾਂ ਰੈਡੀ ਹੋ ਕੇ, ਤਿਆਰ ਹੋ ਕੇ ਗੇਟ ਤੋਂ ਬਾਹਰ ਆ ਜੇ, ਸੰਤ ਬਣ ਗਿਆ। ਅੱਧਾ ਘੰਟਾ ਲੱਗੇਗਾ। ਤੇ ਜੇ ਅੰਦਰੋਂ ਸੰਤ ਬਣਨਾ ਹੈ, ਸਾਰੀ ਉਮਰ ਵੀ ਲੱਗ ਸਕਦੀ ਹੈ, ਇਹ ਸਾਰਾ ਜੀਵਨ ਵੀ ਲੱਗ ਸਕਦਾ ਹੈ। ਕੋਈ ਪਤਾ ਨਹੀਂ, ਅਗਲੇ ਵੀ ਕਈ ਜੀਵਨ ਜਿਹੜੇ ਉਹ ਕੁਰਬਾਨੀ ਕਰਨੀ ਪੈ ਜੇ ਅੰਦਰੋਂ ਸੰਤ ਬਣਨਾ। ਬਾਹਰੋਂ ਅੱਧੇ ਘੰਟੇ 'ਚ ਬਣ ਲੇਗਾ, ਜਿਹੜਾ ਜ਼ਿਆਦਾ ਹੀ ਫਾਸਟ ਉਹ 15 ਮਿੰਟਾਂ 'ਚ ਬਣ ਜਾਏਗਾ। ਇਹ 2 ਅਵਸਥਾ ਨੇ ਸੰਤ ਦੀਆਂ। ਉਸ ਤੋਂ ਬਾਅਦ ਸੰਤ ਦੀ ਜਿਹੜੀ ਅਸਲ ਸੰਸਾਰ ਤੇ ਆਉਣ ਦਾ ਕਾਰਨ ਕਹਾਣੀ ਹੈ, ਉਹਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਨੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਕਈ ਪੁੱਛਦੇ ਵੀ ਸੰਤ ਦੀ ਪਰਖ ਕੀ ਹੁੰਦੀ ਹੈ? ਵੈਸੇ ਤੇ ਸਾਡੇ ਹੱਥ 'ਚ ਕੋਈ ਕਸਵੱਟੀ ਨਹੀਂ ਵੀ ਅਸੀਂ ਕੋਈ ਤੁਹਾਨੂੰ ਫੜਾ ਦਈਏ ਵੀ ਆ ਸੰਤ ਦੇ ਗੋਡੇ ਨੂੰ ਲਾ ਦਿਓ, ਜਾ ਕੇ ਪਤਾ ਲੱਗ ਜਾਏਗਾ ਸੰਤ ਹੈ ਕਿ ਨਹੀਂ। ਪਰ ਸਾਹਿਬ ਦੀ ਬਾਣੀ ਕਹਿੰਦੀ ਹੈ ਵੀ ਜਿਹੜਾ ਸੰਸਾਰ ਦੇ ਉੱਤੇ ਕੇਵਲ ਲੋਕਾਂ ਨੂੰ ਬੰਦਗੀ ਕਰਨ ਲਈ ਪ੍ਰੇਰਦਾ ਪਿਆ, ਕੇਵਲ ਜੀਵਨ ਨੂੰ ਸਫਲ ਕਰਨ ਲਈ ਪ੍ਰੇਰਦਾ ਹੈ, ਜਿਹੜਾ ਜੀਵਨ ਦੀ ਬਾਜੀ ਜਿੱਤਣ ਲਈ ਪ੍ਰੇਰਦਾ ਪਿਆ, ਜਿਹੜਾ ਆਪ ਵੀ ਜਪਦਾ ਹੈ ਤੇ ਦੂਜਿਆਂ ਨੂੰ ਵੀ ਜਪਾਉਂਦਾ ਹੈ, ਜਿਹੜਾ ਖੁਦ ਇਸ ਮਾਰਗ ਤੇ ਚੱਲਿਆ ਤੇ ਦੂਜਿਆਂ ਨੂੰ ਵੀ ਤੋਰਦਾ ਪਿਆ, ਉਹ ਸੰਤ ਹੈ। ਕਿਉਂ? ਉਹਦੇ ਆਉਣ ਦਾ ਸਾਹਿਬ ਕਹਿੰਦੇ ਕਾਰਨ ਹੀ ਇਹ, ਉਹਦੀ ਡਿਊਟੀ ਇਹ ਸੀ ਵੀ ਆਪ ਮੁਕਤ ਕਰੇ ਸੰਸਾਰ। ਤੇ ਜਿਹੜਾ ਮਾਫ ਕਰਿਓ ਕੇਵਲ ਸੰਸਾਰ ਤੇ ਇਕੱਠਾ ਕਰਦਾ ਪਿਆ, ਪਦਾਰਥ ਇਕੱਠੇ ਕਰਦਾ, ਜੋ ਵੀ ਇਕੱਠਾ ਕਰਦਾ ਤੁਹਾਨੂੰ ਵੀ ਇਕੱਠੇ ਕਰਨ ਦੀ ਪ੍ਰੇਰਨਾ ਦਿੰਦਾ, ਉਹ ਸੰਤ ਨਹੀਂ ਹੋ ਸਕਦਾ। ਇਹ ਗੁਰੂ ਕੀ ਬਾਣੀ ਨੇ ਇੱਕ ਡੈਫੀਨੇਸ਼ਨ ਦਿੱਤੀ ਸੰਤ ਦੀ। ਸੋ ਖੈਰ, ਇਹ ਵੱਖਰਾ ਵਿਸ਼ਾ ਹੈ। ਸਾਹਿਬ ਕਹਿੰਦੇ ਸੰਤ ਸਹਾਈ ਪ੍ਰੇਮ ਕੇ।
ਪ੍ਰੇਮ ਇੱਕ ਐਸੀ ਅਵਸਥਾ ਹੈ। ਮੈਂ ਛੋਟਾ ਜਿਹਾ ਇਤਿਹਾਸ 'ਚੋਂ ਇੱਕ ਜ਼ਿਕਰ ਕਰਾਂ ਆਪ ਜੀ ਨਾਲ। ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਕੋਲ ਇੱਕ ਫਕੀਰ ਆਇਆ, ਬੜੀ ਦੂਰੋਂ ਚੱਲਿਆ, ਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਬਾਰੇ ਵਿੱਚ ਉਹਨੇ ਸੁਣਿਆ ਕਿ ਕਾਰਨ ਕੀ, ਉਹਦੇ ਮੁਰਸ਼ਿਦ ਨੇ ਕਿਹਾ ਵੀ ਜੇ ਤੂੰ ਪਰਮੇਸ਼ਰ ਨੂੰ ਮਿਲਣਾ ਹੈ, ਬੇਸ਼ੱਕ ਤੂੰ ਮੇਰੇ ਕੋਲ ਸਾਰੀ ਜ਼ਿੰਦਗੀ ਰਹਿ, ਮੈਂ ਤੈਨੂੰ ਬੰਦਗੀ ਕਰਨ ਦੇ ਤਰੀਕੇ ਦੱਸ ਸਕਦਾ, ਮੈਂ ਬੜਾ ਕੁਝ ਤੈਨੂੰ ਇਸ ਮਾਰਗ ਤੇ ਸਮਝਾ ਸਕਦਾ, ਪਰ ਮੈਂ ਪਰਮੇਸ਼ਰ ਨਾਲ ਹੀ ਮਿਲਾ ਸਕਦਾ। ਇਹ ਹੋ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਦੇਵੀ ਦੇਵਤਿਆਂ ਦੇ ਜੀਵਨ ਵੀ ਪੜ੍ਹੇ, ਇਤਿਹਾਸ ਅੰਦਰ ਪਿੱਛੇ ਜ਼ਿਕਰ ਵੀ ਆਉਂਦੇ ਰਹੇ, ਉੱਥੇ ਇਹੀ ਸ਼ਬਦ ਕਿਹਾ ਗਿਆ ਭਗਤਾਂ ਵੱਲੋਂ ਕਿ ਮੁਕਤ ਕੀ ਬਰੀਆ ਕਹਾਂ ਚਪਾਨੀ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਚਪਾਨੀ, ਵੀ ਮੈਂ ਸਾਰਾ ਕੁਝ ਦੇ ਸਕਦੀ ਪਰ ਮੈਂ ਮੁਕਤੀ ਨਹੀਂ ਦੇ ਸਕਦੀ। ਸੋ ਖੈਰ, ਉਹਦਾ ਮੁਰਸ਼ਿਦ ਕਹਿੰਦਾ ਵੀ ਤੈਨੂੰ ਮੁਕਤੀ ਚਾਹੀਦੀ ਤੇ ਗੁਰੂ ਹਰਗੋਬਿੰਦ ਮਹਾਰਾਜ ਕੋਲ ਜਾ। ਉਹ ਪੈਂਡਾ ਤੈਅ ਕਰਦਿਆਂ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ ਆਇਆ, ਤੇ ਜਦੋਂ ਆਇਆ ਕਸ਼ਮੀਰ ਤੋਂ ਚੱਲਿਆ ਸੀ, ਜਦੋਂ ਮਹਾਰਾਜ ਦੇ ਸਾਹਮਣੇ ਆਇਆ ਤੇ ਦੂਰ ਬਹਿ ਗਿਆ, ਨੇੜੇ ਵੀ ਨਾ ਹੋਇਆ, ਤੇ ਉੱਚੀ ਉੱਚੀ ਬਹਿ ਕੇ ਬਾਹਰ ਉਹਨੇ ਗਾਈ ਜਾਣਾ ਹਰ ਵੇਲੇ, ਜਾਨੀ ਕੋ ਜਾਨੀ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ। ਉਹਦਾ ਨਾਂ ਸੀ ਜਾਨੀ ਫਕੀਰ। ਤੇ ਉਹ ਕਹਿੰਦਾ ਸੀ ਇਸ ਜਾਨੀ ਕੋ, ਇਸ ਜਾਨੀ ਫਕੀਰ ਨੂੰ ਜਾਨੀ ਮਿਲਾ ਦੇ, ਉਹ ਅਕਾਲ ਪੁਰਖ ਪਰਮੇਸ਼ਰ ਮਿਲਾ ਦੇ। ਉਹਨੇ ਜਦੋਂ ਮਹਾਰਾਜ ਜੀ ਨੇ ਲੰਘਣਾ ਉਹਨੇ ਇੱਕੋ ਹੀ ਗੱਲ ਗਾਈ ਜਾਣੀ, ਸਿੱਖਾਂ ਨੇ ਲੰਘਣਾ ਉਹਨੇ ਤਾਂ ਵੀ ਇਹੀ ਗੱਲ ਗਾਈ ਜਾਣੀ, ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਨੇ ਉਹਦੇ ਵੱਲ ਦੇਖਣਾ ਹੀ ਨਹੀਂ, ਉਹਨੂੰ ਇਗਨੋਰ ਕਰ ਦੇਣਾ। ਦਿਨ ਬੀਤਦੇ ਗਏ, ਸਿੱਖਾਂ ਨੇ ਵਾਰ-ਵਾਰ ਕਹਿਣਾ ਮਹਾਰਾਜ ਜੀ ਬੇਨਤੀਆਂ ਕਰੀ ਜਾਂਦਾ ਹੈ, ਇਹਦੀ ਬਾਂਹ ਫੜੋ, ਸੁਣੋ ਇਹਦੀ ਪੁਕਾਰ, ਜਿਹੜਾ ਤੁਹਾਡੇ ਦਰ ਤੇ ਆਉਂਦਾ ਤੁਸੀਂ ਉਹਦੀ ਅਰਦਾਸ ਸੁਣਦੇ, ਮਹਾਰਾਜ ਇਹਦੀ ਕਿਉਂ ਨਹੀਂ ਸੁਣਦੇ? ਮਹਾਰਾਜ ਕਹਿੰਦੇ ਹਾਲੇ ਨਹੀਂ, ਸਮਾਂ ਆਏਗਾ। ਸੋ ਖੈਰ, ਸਮੇਂ ਦਾ ਪਹੀਆ ਜਿਹੜਾ ਚੱਲਦਾ ਗਿਆ। ਇੱਕ ਦਿਨ ਮਹਾਰਾਜ ਨੂੰ ਫਿਰ ਸਿੱਖਾਂ ਨੇ ਕਿਹਾ ਮਹਾਰਾਜ ਉਹਦੇ ਤੇ ਤਰਸ ਕਰੋ, ਇੱਕੋ ਹੀ ਗੱਲ ਕਹੀ ਜਾਂਦਾ, ਜਾਨੀ ਕੋ ਜਾਨੀ ਮਿਲਾ ਦੇ, ਮਿਲਾ ਦਿਓ ਉਹਨੂੰ। ਸਭ ਕਹਿੰਦੇ ਜਾਓ ਫਿਰ ਉਹਨੂੰ ਕਹੋ ਜੇ ਤੈਨੂੰ ਮਿਲਣ ਦੀ ਬਹੁਤੀ ਇੱਛਾ ਹੈ, ਜਾ ਕੇ ਦਰਿਆ 'ਚ ਛਾਲ ਮਾਰ ਦੇ। ਉਹਨੂੰ ਜਿਵੇਂ ਸਿੱਖਾਂ ਨੇ ਕਿਹਾ ਵੀ ਮਹਾਰਾਜ ਕਹਿੰਦੇ ਜਾ ਕੇ ਦਰਿਆ 'ਚ ਛਾਲ ਮਾਰ ਦੇ। ਇਤਿਹਾਸ ਕਹਿੰਦਾ ਉਹਨੇ ਇਹ ਨਹੀਂ ਪੁੱਛਿਆ ਵੀ ਮੈਨੂੰ ਹੀ ਕਿਹਾ ਵਾ, ਕਿਸੇ ਹੋਰ ਨੂੰ ਤਾਂ ਨਹੀਂ ਕਹਿ ਦਿੱਤਾ ਕਿਤੇ ਕਿ ਮੈਂ ਹੀ ਜਾਣਾ, ਕਿਹੜੇ ਦਰਿਆ 'ਚ ਛਾਲ ਮਾਰਨੀ ਹੈ, ਕਿਹੜੇ ਪਾਸੇ ਦਰਿਆ ਵਗਦਾ, ਹੁਣੇ ਜਾਵਾਂ ਜਾਂ ਠਹਿਰ ਕੇ ਜਾਵਾਂ, ਕੋਈ ਸਵਾਲ ਨਹੀਂ। ਸਿੱਖ ਨੇ ਕਿਹਾ ਗੁਰੂ ਸਾਹਿਬ ਕਹਿੰਦੇ ਜਦ ਦਰਿਆ 'ਚ ਛਾਲ ਮਾਰਦੇ ਮਿਲਣਾ ਹੀ, ਤੇ ਕਹਿੰਦੇ ਉਹਨੇ ਉਸੇ ਵੇਲੇ ਛਾਲ ਮਾਰ ਕੇ ਉੱਠਿਆ, ਦੌੜ ਪਿਆ ਦਰਿਆ ਨੂੰ। ਸਿੱਖ ਨੇ ਜਾ ਕੇ ਦੱਸਿਆ ਮਹਾਰਾਜ ਉਹ ਤੇ ਸੱਚੀ ਭੱਜ ਪਿਆ। ਮਹਾਰਾਜ ਕਹਿੰਦੇ ਮਗਰ ਜਾਓ। ਜਦੋਂ ਮਗਰ ਗਏ, ਉਨੀ ਦੇਰ ਨੂੰ ਜਾਂਦਿਆਂ ਇਤਿਹਾਸ ਕਹਿੰਦਾ ਉਹਨੇ ਛਾਲ ਮਾਰਤੀ। ਜਦੋਂ ਛਾਲ ਮਾਰੀ ਨਾਲ ਹੀ ਸਿੱਖ ਪਹੁੰਚੇ, ਉਹਨਾਂ ਨੇ ਨਾਲ ਹੀ ਫਟਾਫਟ ਪਾਣੀ 'ਚ ਵੜੇ, ਉਹਨਾਂ ਨੇ ਦਰਿਆ 'ਚ ਉਹਨੂੰ ਬਾਹਰ ਕੱਢ ਲਿਆ। ਮਹਾਰਾਜ ਸਾਹਿਬ ਪਾਤਸ਼ਾਹ ਦੇ ਕੋਲ ਲੈ ਕੇ ਆਏ, ਤੇ ਜਦੋਂ ਸਤਿਗੁਰਾਂ ਕੋਲ ਲੈ ਕੇ ਆਏ, ਸਾਹਿਬ ਪਾਤਸ਼ਾਹ ਆਪ ਸਿੰਘਾਸਨ ਤੋਂ ਖੜੇ ਹੋਏ ਤੇ ਉਸ ਫਕੀਰ ਨੂੰ ਗਲ ਵਕੜੀ ਲੈ ਲਿਆ। ਤੇ ਮਹਾਰਾਜ ਨੇ ਫਿਰ ਸਾਰਿਆਂ ਨੂੰ ਉਪਦੇਸ਼ ਦਿੱਤਾ, ਕਹਿੰਦੇ ਐ ਸੰਗਤ ਜੀ, ਐ ਗੁਰ ਸਿੱਖੋ, ਆਹ ਹੁੰਦੀ ਪ੍ਰੇਮ ਦੀ ਅਵਸਥਾ। ਅਸੀਂ ਇੰਨਾ ਹੀ ਕਿਹਾ ਵੀ ਛਾਲ ਮਾਰਦੇ ਜਾ ਕੇ। ਇਸ ਪ੍ਰੇਮੀ ਨੇ ਇੱਕ ਵਾਰ ਨਹੀਂ ਪੁੱਛਿਆ ਵੀ ਕਿਹੜੇ ਦਰਿਆ 'ਚ ਕਿੰਨੇ ਮਾਰਨੀ, ਕਿੰਨੇ ਕਿਹਾ ਨਹੀਂ। ਇਹ ਪ੍ਰੇਮ ਹੀ ਉਹ ਹੈ ਜਿੱਥੇ ਜਾ ਕੇ ਸਭ ਕੁਝ ਗੁਰੂ ਤੋਂ ਨਿਸ਼ਾਵਰ ਹੋ ਜੇ। ਤੇ ਜਿਹੜਾ ਬਾਹਰੋਂ ਸਵਾਲੀ ਜਵਾਬ ਹੀ ਜਿਹੜਾ ਚੱਲਦਾ ਹੈ, ਜਿਹਨੂੰ ਆਸਾ ਕੇ ਵਾਰ 'ਚ ਅਸੀਂ ਬਚਨ ਪੜ੍ਹਦੇ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਜਿਹੜਾ ਸਵਾਲ ਵੀ ਕਰੀ ਜਾਵੇ, ਜਵਾਬ ਵੀ ਲਈ ਜਾਵੇ, ਬਸ ਪੁੱਛਦਾ ਰਵੇ ਪ੍ਰੇਮ ਕੀ ਹੁੰਦਾ ਹੈ, ਪ੍ਰੇਮ ਦੀ ਵਿਆਖਿਆ ਕੀ ਹੁੰਦੀ। ਅਸਲ ਵਿੱਚ ਪ੍ਰੇਮ ਪੁੱਛਣਾ, ਕਦੀ ਪਤੰਗੇ ਨੂੰ ਪੁੱਛੋ, ਉਹਨੇ ਕਦੀ ਦੀਵੇ ਨੂੰ ਆ ਕੇ ਨਹੀਂ ਪੁੱਛਿਆ ਵੀ ਤੇਰੀ ਲੋ ਕਿੰਨੇ ਬਾਲੀ ਸੀਗੀ, ਤੇਰੇ 'ਚ ਸਰੋਂ ਦਾ ਤੇਲ ਪਾਇਆ ਜਾਂ ਮਿੱਟੀ ਦਾ ਪਾਇਆ ਹੋਇਆ। ਉਹ ਕਦੀ ਇਹ ਨਹੀਂ ਪੁੱਛਦਾ ਤੂੰ ਦੀਵਾ ਹੈ ਜਾਂ ਮੋਮਬੱਤੀ ਹੈ। ਉਹ ਕਹਿੰਦਾ ਮੈਂ ਚੱਲ ਕੇ ਆ ਗਿਆ, ਬਸ ਮੈਂ ਤੇਰੇ ਤੋਂ ਕੁਰਬਾਨ ਹੋ ਜਾਣਾ, ਮੈਨੂੰ ਕੋਈ ਮਤਲਬ ਨਹੀਂ, ਮੈਂ ਦੇਰ ਨਹੀਂ ਕਰਨੀ, ਮੈਂ ਸਮਾਂ ਨਹੀਂ ਗਵਾਉਣਾ, ਬਸ ਤੇਰੀ ਪ੍ਰਾਪਤੀ ਹੋ ਗਈ, ਮੈਂ ਕੁਰਬਾਨ ਹੋ ਜਾਣਾ। ਹਜੂਰ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਜਾਨੀ ਫਕੀਰ ਨੂੰ ਆਪਣੇ ਅੰਦਰ ਅਪੇਤ ਕਰ ਲਿਆ ਸੀ। ਇੱਕ ਪ੍ਰੇਮ ਦੀ ਖੇਡ ਹੈ, ਇੱਕ ਪ੍ਰੇਮ ਦੀ ਅਵਸਥਾ ਹੈ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਜਿਹੜੇ ਸਾਧੂ ਨੇ ਉਹ ਇਸ ਪ੍ਰੇਮ ਦੇ ਮਾਰਗ ਤੇ ਬੜੀ ਮਦਦ ਕਰਦੇ ਨੇ। ਮੈਂ ਪਿੱਛੇ ਵੀ ਜ਼ਿਕਰ ਕੀਤਾ ਇੱਕ ਦਿਨ ਕਿ ਦੇਖੋ, ਜਿਹੜਾ ਬੰਦਾ ਜੋ ਕੰਮ ਕਰ ਰਿਹਾ ਹੈ, ਉਹ ਬੰਦਾ ਉਸ ਕੰਮ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇੱਕ ਡਾਕਟਰ ਹੈ, ਤੁਸੀਂ ਉਹਦੇ ਤੋਂ ਡਾਕਟਰੀ ਲਾਈਨ ਦੇ ਵਿੱਚ ਕੋਈ ਮਦਦ ਲੈ ਸਕਦੇ ਹੋ। ਤੁਹਾਨੂੰ ਰੋਗ ਹੋਵੇ, ਹੁਣ ਡਾਕਟਰ ਨੂੰ ਜਾ ਕੇ ਤੁਸੀਂ ਵਪਾਰ ਬਾਰੇ ਪੁੱਛੀ ਜਾਓ, ਨਹੀਂ ਦੱਸ ਸਕੇਗਾ। ਠੀਕ ਹੈ, ਸਮਾਜਿਕ ਤੌਰ ਤੇ ਮਾੜੀ ਮੋਟੀ ਜਾਣਕਾਰੀ ਰੱਖਦਾ ਹੋਵੇ। ਜਿਹੜਾ ਬੰਦਾ ਜਿਸ ਕੰਮ ਵਿੱਚ ਪਿਆ ਉਹਦੀ ਉਹਨੂੰ ਜਾਣਕਾਰੀ ਤੇ ਉਸ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਸੰਤ ਉਹ ਕੇਵਲ ਬੰਦਗੀ ਕਰਦਾ ਹੈ, ਉਹਦਾ ਕਰਮ ਕੀ ਹੈ? ਬੰਦਗੀ ਕਰਨੀ। ਉਹ ਤੁਹਾਨੂੰ ਇਸ ਕੰਮ ਵਿੱਚ ਮਦਦ ਕਰ ਸਕਦਾ ਹੈ। ਫਿਰ ਆਪ ਜੀ ਗੱਲ ਸਮਝ ਲਓ
ਕਿ ਜਿਹੜਾ ਬੰਦਾ ਜੋ ਕਰ ਰਿਹਾ ਉਹਦੇ 'ਚ ਹੀ ਮਦਦ ਕਰੇਗਾ। ਸੰਤ ਬੰਦਗੀ ਕਰ ਰਿਹਾ, ਸਿਮਰਨ ਸਾਧਨਾ ਕਰ ਰਿਹਾ, ਧਰਮ ਦੇ ਮਾਰਗ ਤੇ ਤੁਰਿਆ, ਉਹ ਸਾਡੀ ਇਸ ਕੰਮ ਵਿੱਚ ਮਦਦ ਕਰ ਸਕਦਾ ਹੈ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਪ੍ਰੇਮ ਨੂੰ ਲਾਉਣ ਵਾਸਤੇ ਸੰਤ ਮਦਦਗਾਰ ਹੈ, ਤੇ ਮੈਂ ਐਸੇ ਕਮਾਈ ਵਾਲੇ ਗੁਰਸਿੱਖ ਸਾਧੂ ਸੰਤ ਦੇ ਚਰਨਾਂ ਦੇ ਨਾਲ ਲੱਗ ਜਾਣਾ ਲੋਚਦਾ। ਫਿਰ ਸਾਨੂੰ ਇਸ਼ਾਰਾ ਹੈ ਕਿ ਇਹ ਜੀਵ, ਇਹ ਜਗਿਆਸੂ, ਜੇ ਅੱਸੂ ਦੇ ਮਹੀਨੇ 'ਚ ਤੇਰੇ ਅੰਦਰ ਪ੍ਰੇਮ ਦਾ ਉਮਾ ਪੈਦਾ ਹੋਇਆ ਤੇ ਐਸੇ ਸਤਪੁਰਖ ਗੁਰਸਿੱਖ ਦੇ ਚਰਨਾਂ ਦੇ ਕੋਲ ਬਹਿ ਤੇ ਉਹਦੇ ਚਰਨਾਂ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਅਕਾਲ ਪੁਰਖ ਪਰਮੇਸ਼ਰ ਨਾਲ ਸਾਂਝ ਪਾਉਣੀ ਕਰ। ਵਿਣ ਪ੍ਰਭੂ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਬੜਾ ਹਲੂਣਾ ਦਿੱਤਾ ਮਹਾਰਾਜ ਨੇ। ਵਿਣ ਪ੍ਰਭ ਕਿਉਂ ਸੁਖ ਪਾਈਐ, ਤੂੰ ਜਿੰਨਾ ਮਰਜੀ ਸੰਸਾਰ ਤੇ ਯਤਨ ਕਰ ਲਾ, ਪਰ ਯਾਦ ਰੱਖੀ ਜਿਹੜਾ ਸੁੱਖ ਹੈ ਉਹ ਜਿਸ ਥਾਂ ਤੇ ਹੈ ਤੈਨੂੰ ਉਸੇ ਥਾਂ ਤੋਂ ਮਿਲੇਗਾ। ਇਹ ਯਾਦ ਰੱਖੀ। ਭਾਵੇਂ ਸਾਰੇ ਸੰਸਾਰ ਦੇ ਅੰਦਰ ਬੜਾ ਕੁਝ ਵਰਤਦਾ, ਪਰ ਜਿਹੜੀ ਚੀਜ਼, ਹੁਣ ਜਿਵੇਂ ਇੱਕ ਉਦਾਹਰਨ ਦਵਾਂ, ਹਵਾ ਤੇ ਸਾਰੇ ਪਾਸੇ ਹੀ ਹੈ, ਪਰ ਆਪਣੀ ਗੱਡੀ ਦੇ ਟਾਇਰ 'ਚ ਹਵਾ ਘਟ ਜੇ, ਕੋਈ ਤੁਰਿਆ ਜਾਂਦਾ ਕਵੇ ਵੀ ਹਵਾ ਘਟ ਗਈ, ਤੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਆਪੇ ਭਰ ਜੇਗੀ। ਜਿਸ ਪੁਆਇੰਟ ਤੇ ਹਵਾ ਭਰੀ ਜਾਂਦੀ ਹੈ ਉਸ ਦੁਕਾਨ ਤੇ ਜਾ ਕੇ ਆਪਾਂ ਕਹਿੰਦੇ ਭਾਈ ਹਵਾ ਭਰ ਦੇ, ਇੰਨਾ ਹੀ ਸ਼ਬਦ ਕਹਿੰਦੇ ਨਾ, ਹਵਾ ਭਰ ਦੇ, ਤੇ ਅਗਲਾ ਕੋਈ ਇਹ ਤਾਂ ਨਹੀਂ ਕਹਿੰਦਾ ਵੀ ਹਵਾ ਤੇ ਸਾਰੇ ਪਾਸੇ ਹੀ ਹੈਗੀ ਹੈ। ਭਾਵ ਜਿਹੜੀ ਚੀਜ਼, ਹੁਣ ਪਾਣੀ ਤਾਂ ਸਾਰੀ ਧਰਤੀ ਦੇ ਅੰਦਰ ਹੀ ਹੈ, ਪਰ ਇੱਕ ਥਾਂ ਤੇ ਕੀ ਹੁੰਦਾ ਹੈ ਵੀ ਨਲਕਾ ਲੱਗਾ ਹੈ, ਆਪਾਂ ਦੋ ਜਣੇ ਗਏ, ਇੱਕ ਨੇ ਹੱਥੀ ਫੜੀ ਗੇੜਨੀ ਸ਼ੁਰੂ ਕਰਤੀ, ਇੱਕ ਨੇ ਬੁੱਕ ਬਣਾਇਆ ਅੱਗੇ ਕਰ ਲਿਆ, ਤੇ ਪਹਿਲਾਂ ਉਹ ਹੱਥੀ ਗੇੜਦਾ ਰਿਹਾ, ਇਹਨੇ ਪੀ ਲਿਆ, ਫਿਰ ਇਹਨੇ ਹੱਥੀ ਫੜ ਕੇ ਗੇੜਨਾ ਸ਼ੁਰੂ ਕੀਤਾ, ਉਹਨੇ ਪੀ ਲਿਆ। ਹੁਣ ਪਾਣੀ ਤਾਂ ਸਾਰੀਆਂ ਥਾਵਾਂ ਤੇ ਸੀ, ਪਰ ਬੰਦਾ ਨਲਕਾ ਲੱਭਦਾ ਸੀ, ਖੂਹ ਲੱਭਦਾ ਸੀ, ਕੋਈ ਮੋਟਰ ਲੱਭਦਾ ਸੀ ਵੀ ਪਾਣੀ ਇੱਥੋਂ ਮਿਲੇਗਾ। ਇਸ ਤਰ੍ਹਾਂ ਸੁੱਖ ਤਾਂ ਸਾਰੀਆਂ ਥਾਵਾਂ ਤੇ ਹੈ, ਪਰ ਅਸਲ ਵਿੱਚ ਸੁੱਖ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ। ਜਿਵੇਂ ਇੱਕ ਚੀਜ਼ ਨੂੰ ਤੁਸੀਂ ਪ੍ਰਾਪਤ ਕਰ ਲਿਆ, ਪਰ ਵਰਤਣਾ ਉਹਨੂੰ ਸਾਰੇ, ਹੁਣ ਤੁਸੀਂ ਗੱਡੀ ਵਿੱਚ ਤੇਲ ਪਵਾ ਕੇ ਤੇ ਪੈਟਰੋਲ ਪੰਪ ਤੇ ਖੜੇ ਖੜੇ ਤਾਂ ਨਹੀਂ ਵਰਤ ਲੈਂਦੇ ਨਾ, ਉੱਥੋਂ ਤਾਂ ਪ੍ਰਾਪਤ ਕੀਤਾ, ਫਿਰ ਅਸੀਂ ਉਸ ਤੇਲ ਨੂੰ ਯੂਜ਼ ਕਰਦੇ ਹਾਂ, ਕਦੀ ਇੱਧਰ ਚਲੇ ਗਏ ਕਦੀ ਉੱਧਰ ਚਲੇ ਗਏ। ਤੇਲ ਤਾਂ ਸਾਰੇ ਪਾਸੇ ਹੀ ਹੈ। ਕਿਵੇਂ ਸਾਰੇ ਪਾਸੇ? ਸਾਡੀ ਗੱਡੀ 'ਚ ਜੋ ਹੈਗਾ, ਜਿੱਧਰ ਜਿੱਧਰ ਸਾਡੀ ਗੱਡੀ ਜਾ ਰਹੀ ਹੈ ਉਧਰ ਉਧਰ ਉਹ ਤੇਲ ਵੀ ਨਾਲ ਹੀ ਜਾ ਰਿਹਾ। ਬਸ ਇਸੇ ਤਰ੍ਹਾਂ ਸਮਝ ਲਈਏ, ਇਹ ਉਹ ਇੱਕ ਪੈਟਰੋਲ ਪੰਪ ਹੈ, ਇੱਕ ਉਹ ਪੁਆਇੰਟ ਹੈ ਜਿੱਥੇ ਸਾਨੂੰ ਸੁੱਖ ਮਿਲੇਗਾ। ਹਜ਼ੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਜਉ ਸੁੱਖ ਕਉ ਚਾਹੈ ਸਦਾ, ਸਰਨ ਰਾਮ ਕੀ ਲੇਹ। ਤੈਨੂੰ ਇਹ ਸ਼ਰਨ ਲੈਣੀ ਪਏਗੀ। ਜਦੋਂ ਤੈਨੂੰ ਸੁੱਖ ਪ੍ਰਾਪਤ ਹੋ ਗਿਆ, ਫਿਰ ਤੂੰ ਦੁਨੀਆ 'ਚ ਜਿੱਥੇ ਮਰਜ਼ੀ ਵਿਚਰਦਾ ਫਿਰ, ਤੂੰ ਇਸ ਦੇਸ਼ ਰਹਿ, ਤੂੰ ਵਿਦੇਸ਼ ਦਾ, ਤੂੰ ਜਿੱਥੇ ਮਰਜ਼ੀ ਰਹਿ, ਤੈਨੂੰ ਸਾਰੀਆਂ ਥਾਵਾਂ ਤੇ ਸੁੱਖ ਹੀ ਸੁੱਖ ਪ੍ਰਾਪਤ ਹੋਏਗਾ। ਤੇ ਜੇ ਤੇਰੇ ਕੋਲ ਇੱਥੋਂ ਸੁੱਖ ਨਹੀਂ ਪ੍ਰਾਪਤ ਹੋਇਆ, ਤੂੰ ਜਿੱਥੇ ਮਰਜ਼ੀ ਤੁਰਿਆ ਫਿਰ। ਨਾਨਕ ਦੁਖੀਆ ਸਭ ਸੰਸਾਰ, ਤੈਨੂੰ ਦੁੱਖ ਹੀ ਦੁੱਖ ਨਸੀਬ ਹੋਏਗਾ। ਕਿਉਂ? ਕਾਰਨ ਕੀ? ਸਾਹਿਬ ਪਾਤਸ਼ਾਹ ਕਹਿੰਦੇ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਨਾਮ ਤੋਂ ਬਿਨਾ ਸੁੱਖ ਨਹੀਂ ਹੈਗਾ। ਠੀਕ ਹੈ, ਅਸੀਂ ਆਪਣੇ ਆਪ ਨਾਲ ਧੋਖਾ ਕਰਕੇ ਲੱਖ ਵਾਰ ਕਹੀ ਜਾਈਏ ਕਿ ਮੈਂ ਬੜਾ ਸੁਖੀ ਹਾਂ, ਮੈਂ ਬੜਾ ਸੁਖੀ, ਫਲਾਣਾ ਤੇ ਬੰਦਗੀ ਨਹੀਂ ਕਰਦਾ ਫਿਰ ਵੀ ਬੜਾ ਸੁਖੀ ਹੈ। ਇਹ ਧੋਖਾ ਹੋ ਸਕਦਾ ਜੋ ਅਸੀਂ ਇੱਕ ਦੂਜੇ ਨਾਲ ਕਰਦੇ ਹਾਂ, ਪਰ ਜਦੋਂ ਅੰਦਰੋਂ ਕਿਸੇ ਨੂੰ ਫਰੋਲ ਕੇ ਦੇਖਾਂਗੇ ਉਸ ਦਿਨ ਪਤਾ ਲੱਗੇਗਾ ਇਹਦੇ ਅੰਦਰ ਕੀ ਵਰਤਦਾ ਹੈ। ਤਾਂ ਖੈਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਵੇਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾ ਹੀ ਜਾਏ ਭਲਿਆ। ਦੂਜੀ ਕੋਈ ਥਾਂ ਹੈ ਹੀ ਨਹੀਂ ਜਿੱਥੋਂ ਤੈਨੂੰ ਸੁੱਖ ਲੱਭ ਜਾਏਗਾ। ਹਜ਼ੂਰ ਦੀ ਬਾਣੀ 'ਚ ਇੱਕ ਬਚਨ ਪੜ੍ਹਦੇ ਹੋ, ਸੁੱਖ ਨਾਹੀ ਬਹੁਤ ਹੈ ਧਨ ਖਾਟੇ। ਜਦੋਂ ਤੂੰ ਦੂਜੀ ਥਾਂ ਸੋਚਦਾ ਵੀ ਇੱਥੇ ਪ੍ਰਾਪਤ ਹੋ ਜਾਏਗਾ, ਸਾਹਿਬ ਕਹਿੰਦੇ ਤੇਰਾ ਭਰਮ ਹੈ। ਸੁੱਖ ਨਾਹੀ ਪੇਖੈ ਨਿਰਤ ਨਾਟੇ। ਤੈਨੂੰ ਲੱਗਦਾ ਮੈਂ ਡਿਪਰੈਸ਼ਨ ਦੇ ਵਿੱਚ ਆ, ਮੈਂ ਟੈਨਸ਼ਨ 'ਚ ਆ, ਮੈਂ ਫਿਕਰ ਚਿੰਤਾ ਵਿੱਚ ਆ, ਕਿਉਂ ਨਾ ਮੈਂ ਸਿਨੇਮਾ ਘਰ 'ਚ ਜਾਵਾਂ, 2 ਘੰਟੇ ਕੋਈ ਫਿਲਮ ਵੇਖਾਂਗਾ, ਮੈਨੂੰ ਸੁੱਖ ਮਿਲੇਗਾ। ਸਾਹਿਬ ਕਹਿੰਦੇ ਨਹੀਂ, ਤੂੰ ਕੋਈ ਨ੍ਰਿਤਕਾਰੀ ਵੇਖਣ ਚਲਾ ਜਾ, ਕੋਈ ਨੱਚਦੇ ਟੱਪਦੇ ਵੇਖਣ ਚਲਾ ਜਾ। ਯਾਦ ਰੱਖੀ, ਸੁੱਖ ਨਾਹੀ ਪੇਖੈ ਨਿਰਤ ਨਾਟੇ। ਬੰਦੇ ਦੇ ਮਨ 'ਚ ਭੁਲੇਖਾ ਹੋ ਜਾਂਦਾ, ਸ਼ਾਇਦ ਮੈਂ ਇਸ ਮੁਲਕ ਨੂੰ ਛੱਡ ਕੇ ਦੂਜੇ ਥਾਂ ਜਾਵਾਂਗਾ, ਮੈਨੂੰ ਸੁੱਖ ਮਿਲ ਜਾਏਗਾ। ਤਰੱਕੀ ਕਰਨੀ ਮਾੜੀ ਨਹੀਂ ਹੈ, ਮੈਂ ਫਿਰ ਕਵਾਂ, ਪਰ ਜੇ ਤੂੰ ਇਸ ਭੁਲੇਖੇ ਨਾਲ ਤੁਰਦਾ ਤੇ ਮਾਫ ਕਰੀ ਮੈਨੂੰ, ਵਿਦੇਸ਼ ਵਿੱਚ ਬੈਠਾ ਹੋਇਆ ਬੰਦਾ ਵੀ ਦੁਖੀ ਬੈਠਾ ਹੈ। ਕਾਰਨ ਉਹ ਕਹਿੰਦਾ ਜਾਂ ਪਿਛਲੇ ਤੰਗ ਕਰਦੇ ਨੇ, ਜਾਂ ਇੱਥੋਂ ਦੀਆਂ ਲੋੜਾਂ ਮਜਬੂਰੀਆਂ ਮਾਰਦੀਆਂ ਪਈਆਂ ਨੇ। ਤਾਂ ਸਾਹਿਬ ਪਾਤਸ਼ਾਹ ਕਹਿੰਦੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਤੂੰ ਇੱਕ ਦੇਸ਼ ਦੀ ਗੱਲ ਛੱਡ, ਤੂੰ ਬਹੁਤ ਦੇਸ਼ਾਂ ਵਿੱਚ ਚਲਾ ਜਾ, ਤੈਨੂੰ ਨਹੀਂ ਸੁੱਖ ਮਿਲੇਗਾ। ਮਾਲਕਾ ਸੁੱਖ ਮਿਲੇਗਾ ਕਿੱਥੋਂ? ਸਭ ਕਹਿੰਦੇ, ਸਰਬ ਸੁਖਾ ਹਰ ਹਰ ਗੁਣ ਗਾਏ। ਤੂੰ ਹਰੀ ਦੇ ਗੁਣ ਗਾ, ਤੈਨੂੰ ਇੱਕ ਸੁੱਖ ਦੀ ਗੱਲ ਛੱਡ, ਸਰਬ ਸੁਖਾ, ਤੈਨੂੰ ਸਾਰੇ ਦੇ ਸਾਰੇ ਸੁੱਖ ਮਿਲ ਜਾਣਗੇ। ਪਰ ਇਹ ਗੱਲ ਆਪਣੇ ਜ਼ਿਹਨ 'ਚ ਪੱਕੀ ਕਰ ਲਾ, ਦੂਜੀ ਨਾ ਹੀ ਜਾਏ
ਪ੍ਰਭੂ ਛੋੜ ਦੂਜੈ ਲੱਗੇ, ਹਰ ਨਾਮ ਛੋੜ ਦੂਜੈ ਲੱਗੇ, ਡੁੱਬੇ ਸੇਵਨ ਜਾ ਰਹੇ ਆ। ਜਿਹੜੇ ਨਾਮ ਨੂੰ ਛੱਡ ਕੇ ਦੂਜੀ ਥਾਂ ਭਾਲਦੇ ਨੇ, ਸਹਿਬ ਪਾਤਸ਼ਾਹ ਕਹਿੰਦੇ ਉਹ ਡੁੱਬ ਜਾਂਦੇ ਹਨ ਤੇ ਦੂਜੀ ਕੋਈ ਥਾਂ ਹੈ ਹੀ ਨਹੀਂ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਬੜਾ ਪਿਆਰਾ ਸਾਹਿਬ ਜੀ ਦਾ ਵਚਨ ਹੈ। ਸਾਹਿਬ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ, ਸੇ ਤ੍ਰਿਪਤ ਰਹੇ ਆਗਾਏ, ਉਹ ਤ੍ਰਿਪਤ ਹੋ ਗਏ ਤੇ ਨਾਲ ਰੱਜ ਗਏ। ਛੋਟਾ ਜਿਹਾ ਇੱਕ ਸਵਾਲ ਪੈਦਾ ਕਰਾਂ, ਉਹ ਇਹ ਹੈ ਵੀ ਤੁਹਾਡੇ ਸਾਹਮਣੇ ਕੋਈ ਭੋਜਨ ਰੱਖਿਆ ਹੋਵੇ, ਬੜੀ ਭੁੱਖ ਲੱਗੀ ਹੋਵੇ, ਕਦੀ ਕੋਈ ਜ਼ਿੰਦਗੀ 'ਚ ਐਸਾ ਬੰਦਾ ਤੁਹਾਨੂੰ ਮਿਲਿਆ ਜਿਹੜਾ ਇੱਕ ਉਂਗਲ ਉਸ ਭੋਜਨ ਨੂੰ ਲਾਵੇ ਤੇ ਥੋੜਾ ਜਿਹਾ ਉਂਗਲ ਦੇ ਨਾਲ ਲਾ ਕੇ ਜ਼ੁਬਾਨ ਤੇ ਚੱਟ ਕੇ ਕਵੇ ਮੈਂ ਰੱਜ ਗਿਆ? ਜੇ ਕੋਈ ਕਹਿ ਵੀ ਦਵੇ ਤੇ ਆਪਾਂ ਹੱਸਣ ਲੱਗ ਜਾਣਾ ਵੀ ਕੈਸੀ ਬੇਵਕੂਫੀ ਹੈ, ਇਹ ਤਾਂ ਜਿੰਨਾ ਚਿਰ ਕੌਲੀ ਭਰ ਕੇ ਖਾਏਗਾ ਨਹੀਂ ਉਹਨਾਂ ਚਿਰ ਥੋੜੀ ਰੱਜੇਗਾ ਤੂੰ। ਉਹ ਕਵੇ ਨਹੀਂ ਮੈਂ ਚੱਟ ਲਿਆ ਇਹਨੂੰ, ਮੈਂ ਰੱਜ ਗਿਆ, ਆਪਾਂ ਮੰਨਾਂਗੇ ਨਹੀਂ। ਇਹ ਵਾਕਈ ਸੱਚਾਈ ਹੈ, ਦੁਨੀਆ ਤੇ ਐਸਾ ਹੋ ਹੀ ਨਹੀਂ ਸਕਦਾ ਕਦੀ ਵੀ ਤੁਸੀਂ ਕਿਸੇ ਪਦਾਰਥ ਨੂੰ ਜ਼ਬਾਨ ਨਾਲ ਸਪਰਸ਼ ਕਰੋ ਤੁਸੀਂ ਰੱਜ ਜਾਓ। ਫਿਰ ਜੇ ਮੰਨ ਲਓ ਇੱਕ ਹੱਦ ਤੱਕ ਅਸੀਂ ਰੱਜ ਵੀ ਜਾਈਏ, ਮੰਨ ਲਓ ਹੋਏਗਾ ਨਹੀਂ ਇੱਦਾਂ, ਪਰ ਅਸੀਂ ਤ੍ਰਿਪਤ ਨਹੀਂ ਹੋ ਸਕਦੇ। ਰੱਜਣਾ ਤੇ ਤ੍ਰਿਪਤ ਹੋਣਾ ਇੱਕ ਅਲੱਗ ਚੀਜ਼ ਹੈ। ਰੱਜਦੇ ਆਪਾਂ ਰੋਜ਼ ਹੀ ਆ। ਤੁਸੀਂ ਪ੍ਰਸ਼ਾਦਾ ਛਕੋਗੇ, ਆਪਾਂ ਕਹਾਂਗੇ ਮੈਂ ਰੱਜ ਗਿਆ, ਹੁਣ ਨਹੀਂ ਲੋੜ ਹੈਗੀ, 2 ਘੰਟੇ ਬਾਅਦ ਫਿਰ ਕਹਾਂਗੇ ਮੈਨੂੰ ਭੁੱਖ ਲੱਗੀ। ਰੱਜਣਾ ਅਲੱਗ ਚੀਜ਼ ਹੈ, ਤ੍ਰਿਪਤ ਹੋਣਾ ਅਲੱਗ ਚੀਜ਼ ਹੈ। ਰੱਜ ਸਾਰੀ ਦੁਨੀਆ ਜਾਂਦੀ ਹੈ, ਪਰ ਤ੍ਰਿਪਤ ਕੋਈ ਵੱਖਰਾ ਹੀ ਹੁੰਦਾ, ਕੋਈ ਵਿਰਲਾ ਹੀ ਹੁੰਦਾ ਹੈ। ਉਹ ਤ੍ਰਿਪਤੀ ਕੀ ਹੈ? ਜੋ ਮਾਲਕ ਨੇ ਦੇ ਦਿੱਤਾ ਹੁਣ ਹੋਰ ਨਹੀਂ ਚਾਹੀਦਾ, ਜੋ ਮਾਲਕ ਨੇ ਦੇ ਦਿੱਤਾ ਬਹੁਤ ਹੈ। ਹੁਣ ਅਵਸਥਾ ਇਹ ਬਣ ਗਈ, ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਤੇ ਆਈ। ਹੁਣ ਅਵਸਥਾ ਇਹ ਬਣ ਗਈ, ਕੋਈ ਲੋੜ ਨਹੀਂ ਰਹਿ ਗਈ, ਜੋ ਤੂੰ ਦਿੱਤਾ ਬਸ ਸਬਰ ਸੰਤੋਖ ਹੈ ਜ਼ਿੰਦਗੀ ਅੰਦਰ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਹਾਂ ਇੱਕ ਨਾਮ ਹੈ, ਨਾਮ ਰਸ ਹੈ, ਜਿਹਨੂੰ ਪ੍ਰਾਪਤ ਕਰਕੇ ਗਟਾਗਟ ਪੀਣਾ ਤੇ ਬਹੁਤ ਵੱਡੀ ਗੱਲ ਹੈ। ਸਾਹਿਬ ਕਹਿੰਦੇ ਜਿਨ੍ਹਾਂ ਨੇ ਇਸ ਪ੍ਰੇਮ ਰਸ ਨੂੰ, ਇਸ ਨਾਮ ਰਸ ਨੂੰ ਚੱਖ ਲਿਆ, ਪ੍ਰੇਮ ਦੇ ਰਸ ਨੂੰ, ਸੇ ਤ੍ਰਿਪਤ ਰਹੇ ਆਗਾਏ। ਮੈਂ ਤਾਂ ਛੋਟੀ ਜਿਹੀ ਉਦਾਹਰਨ ਦਿੱਤੀ ਵੀ ਪ੍ਰੇਮ ਰਸ ਨੂੰ ਕੇਵਲ ਚੱਖਿਆ ਹੀ ਹੈ ਉਹਨਾਂ ਨੇ, ਹਾਲੇ ਮਾਣਿਆ ਨਹੀਂ, ਪਰ ਜਿਨ੍ਹਾਂ ਨੇ ਚੱਖ ਲਿਆ ਉਹ ਵੀ ਰੱਜ ਗਏ ਨੇ। ਹਜੂਰ ਦੇ ਦਰਸ਼ਨ ਜਿਨ੍ਹਾਂ ਨੇ ਇੱਕ ਵਾਰ ਪ੍ਰੇਮ ਵਿੱਚ ਆ ਕੇ ਕਰ ਲਏ। ਜਦੋਂ ਅਸੀਂ ਸਾਈਂ ਦਾਸ ਦਾ ਜੀਵਨ ਪੜ੍ਹੀਏ, ਉਹਨਾਂ ਦੇ ਜੀਵਨ ਵਿੱਚ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਗੱਲ ਹੈ। ਬੜੇ ਬੜੇ ਗੁਰਸਿੱਖਾਂ ਦੀ, ਕਦੀ ਹਜੂਰ ਪਾਤਸ਼ਾਹ ਜੀ ਦੇ ਘਰ ਦੀ ਦਾਸੀ ਤੁਲਸਾ ਦਾਸੀ ਹਜੂਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਗੱਲ ਹੈ। ਕਦੇ ਸੰਗਲਾਦੀਪ ਦਾ ਰਾਜਾ ਮਹਾਰਾਜ ਦੇ ਦਰਸ਼ਨਾਂ ਦੀ ਇੱਕ ਝਲਕ ਹੀ ਲੈਂਦਾ, ਬਸ ਝਲਕ ਦੇ ਨਾਲ ਹੀ ਤ੍ਰਿਪਤੀ ਹੈ। ਕਦੀ ਕੋਈ ਮਹਾਰਾਜ ਪਾਤਸ਼ਾਹ ਜੀ ਦੇ ਅੱਗੋਂ ਦੀ ਗੁਜ਼ਰਦਾ ਹੋਇਆ ਇੱਕ ਝਲਕ ਲੈਂਦਾ। ਹਜੂਰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ ਤੇ ਆਪਾਂ ਗੰਗਾ ਦੇ ਕਿਨਾਰੇ ਤੇ ਦੇਖਦੇ ਹਾਂ, ਉੱਥੇ ਬੈਠਾ ਹੋਇਆ ਪੰਡਿਤ ਸ਼ਿਵਦੱਤ ਕੇਵਲ ਮਹਾਰਾਜ ਜੀ ਦੇ ਦੀਦਾਰਾਂ ਦੀ ਇੱਕ ਝਲਕ ਲੈਂਦਾ ਪਹਿਲੇ ਦਿਨ, ਉਸ ਝਲਕ ਦੇ ਅੰਦਰ ਹੀ ਇੰਨੀ ਖਿੱਚ ਪੈਦਾ ਹੋ ਗਈ ਹੈ। ਜਦੋਂ ਆਪ ਜੀ ਗੁਰਦੁਆਰਾ ਬਾਲ ਲੀਲਾ ਸਾਹਿਬ ਮੈਣੀ ਸੰਗਤ ਜੀ ਸਾਹਿਬ ਵਿਖੇ ਜਾਂਦੇ ਹੋ, ਹਜੂਰ ਪਾਤਸ਼ਾਹ ਜੀ ਦੇ ਧਰਮ ਦੇ ਮਾਤ, ਉਹਨਾਂ ਨੇ ਕੇਵਲ ਪਹਿਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਬਿੰਦ ਰਾਏ ਦੇ ਰੂਪ ਅੰਦਰ ਕੇਵਲ ਝਲਕ ਲਈ ਸੀਗੀ, ਕੇਵਲ ਝਲਕ ਵੀ ਮਹਾਰਾਜ ਸਾਹਿਬ ਜੀ ਇਸ ਪਾਵਨ ਗਲੀ ਦੇ ਵਿੱਚ ਖੇਡਦੇ ਖੇਡਦੇ ਉਧਰ ਨੂੰ ਗਏ ਤੇ ਕੇਵਲ ਝਲਕ ਲਈ ਉਹਨੇ। ਉਹ ਕੋਈ ਵੀ ਕਾਰਨ ਸੀ, ਭਾਵੇਂ ਉਹ ਬਾਹਰ ਖੜੀ ਹੋਵੇ, ਇਹ ਗੁਰੂ ਜਾਣੇ, ਉਹ ਭਾਵੇਂ ਆਪਣੇ ਮਹਿਲ ਦੇ ਉੱਤੇ ਹੋਵੇ, ਕਿਉਂਕਿ ਇੰਨੀ ਆਬਾਦੀ ਤੇ ਉਦੋਂ ਹੈ ਨਹੀਂ ਸੀ, ਦਿਸਦਾ ਸੀ ਸਾਰਾ ਕੁਝ, ਭਾਵੇਂ ਉਹ ਸਤਿਗੁਰਾਂ ਦੇ ਧਰਮ ਮਾਤ ਦਰਵਾਜ਼ੇ ਤੇ ਖੜੇ ਸੀ ਜਾਂ ਮਹਿਲ ਦੇ ਉੱਤੇ ਖੜੇ ਸੀ। ਕਹਿਣ ਦਾ ਭਾਵ ਉਹਨੇ ਇੱਕ ਵਾਰ ਪਾਤਸ਼ਾਹ ਜੀ ਦੇ ਦੀਦਾਰਾਂ ਦੀ ਝਲਕ ਲਈ ਤੇ ਅੰਦਰੋਂ ਇੱਕ ਆਵਾਜ਼ ਪੈਦਾ ਹੋਈ, ਚੱਖੇ ਹੀ ਸੀ ਇਸ ਦਰਸ਼ਨ ਰਸ ਨੂੰ, ਆਵਾਜ਼ ਪੈਦਾ ਹੋਈ, ਮੇਰੀ ਵੀ ਗੋਦ ਵਿੱਚ ਐਸਾ ਲਾਲ ਖੇਡੇ। ਕੀ ਸੀ? ਕੇਵਲ ਇੱਕ ਝਲਕ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਪ੍ਰੇਮ ਰਸ ਜਿਨ੍ਹਾਂ ਨੇ ਚੱਖ ਲਿਆ, ਤ੍ਰਿਪਤ ਰਹੇ ਆਗਾਏ, ਉਹਨੂੰ ਬਸ ਦਰਸ਼ਨ ਕਰਕੇ ਤ੍ਰਿਪਤ ਹੋ ਗਈ ਇੱਕ ਵਾਰ। ਜਿਹਨੂੰ ਹਜੂਰ ਪਾਤਸ਼ਾਹ ਜੀ ਦੇ ਪਰਥਾਏ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਚੱਖ ਲਿਆ, ਝਲਕ ਲੈ ਲਈ, ਅਵਸਥਾ ਕੀ ਬਣ ਗਈ? ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ ਉਹ ਫਿਰ ਤ੍ਰਿਪਤ ਰਹਿ ਆਗਾਏ, ਉਹ ਫਿਰ ਤ੍ਰਿਪਤ ਹੋ ਗਏ ਤੇ ਸੰਸਾਰੀ ਪਦਾਰਥਾਂ ਵੱਲੋਂ, ਵਾਸ਼ਨਾ ਵੱਲੋਂ, ਜੀਵਨ ਦੀਆਂ ਲੋੜਾਂ ਵੱਲੋਂ, ਜੋ ਵੀ ਇਸ ਜੀਵਨ ਨਾਲ ਜੁੜਿਆ ਦੁੱਖ ਤੇ ਸੁੱਖ ਸੀ, ਕੋਈ ਵੀ ਕਿਸੇ ਪਦਾਰਥ ਦੀ ਲਾਲਸਾ, ਜਿਗਿਆਸਾ, ਇੱਛਾ ਸੀ, ਉਹਦੇ ਵੱਲੋਂ ਸਾਹਿਬ ਕਹਿੰਦੇ ਤ੍ਰਿਪਤ ਹੋ ਗਏ, ਰੱਜ ਗਏ ਹਨ। ਆਪ ਤਿਆਗ ਬਿਨਤੀ ਕਰਹਾ, ਲੇਹੋ ਪ੍ਰਭੂ ਲੜ ਲਾਏ। ਉਹਨਾਂ ਦੇ ਅੰਦਰ ਦੀ ਅਰਦਾਸ ਕੀ ਹੈ? ਫਿਰ ਉਹ ਆਪਾਂ ਤਿਆਗ ਕੇ ਬੇਨਤੀ ਕਰਦੀਆਂ ਨੇ। ਬੇਨਤੀ ਕਰਨ ਦੇ ਬੜੇ ਤਰੀਕੇ ਨੇ।
ਬੇਨਤੀ ਤੇ ਆਪਾਂ ਸਾਰੇ ਹੀ ਕਰਦੇ ਆ, ਹੱਥ ਜੋੜਦੇ ਆ, ਮਹਾਰਾਜ ਅੱਗੇ ਅਰਦਾਸ ਬੇਨਤੀ ਹੁੰਦੀ, ਪਰ ਉਸ ਅਰਦਾਸ ਬੇਨਤੀ ਦੇ ਅੰਦਰ ਬੜੇ ਪੱਖ ਨੇ। ਕਿਤੇ ਸਾਡਾ ਸਵਾਰਥ ਹੁੰਦਾ ਹੈ, ਕਿਤੇ ਸਾਡੀ ਲੋੜ ਹੁੰਦੀ ਹੈ, ਕਿਤੇ ਸਾਡੇ ਦੁੱਖ ਦੀ ਨਿਵਰਤੀ ਵਾਸਤੇ ਤਰਲਾ ਹੁੰਦਾ ਹੈ, ਕਿਤੇ ਸੰਸਾਰ ਦੇ ਇਸ ਸਫ਼ਰ ਦੇ ਵਿੱਚ ਆਈਆਂ ਔਂਕੜਾਂ ਰੁਕਾਵਟਾਂ ਨੂੰ ਪਾਸੇ ਕਰਨ ਲਈ ਤਰਲਾ ਹੁੰਦਾ ਹੈ, ਬੜਾ ਕੁਝ ਹੁੰਦਾ ਹੈ। ਪਰ ਇੱਕ ਉਹ ਅਰਦਾਸ ਹੁੰਦੀ ਜਿੱਥੇ ਆਪ ਤਿਆਗ, ਆਪਾ ਭਾਵ ਤਿਆਗ ਕੇ ਅੰਦਰੋਂ ਅਰਦਾਸ ਨਿਕਲਦੀ ਹੈ ਵੀ ਹੁਣ ਜੋ ਤੂੰ ਕਰੇਂਗਾ ਸੋ ਭਲਾ। ਤਾਂ ਪਾਤਸ਼ਾਹ ਕਹਿੰਦੇ ਆਪ ਤਿਆਗ ਬਿਨਤੀ ਕਰੈ ਹੈ। ਜੀਵ ਇਸਤਰੀ ਨੂੰ ਸਮਝਾਉਂਦੇ ਨੇ ਕਿ ਇਹ ਜੀਵ ਇਸਤਰੀ ਤੂੰ ਆਪਾ ਤਿਆਗ ਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰ। ਇਹ ਨਹੀਂ ਕਿ ਇੱਕ ਪਾਸੇ ਬੇਨਤੀਆਂ ਵੀ ਚੱਲੀ ਜਾਣ ਤੇ ਇੱਕ ਪਾਸੇ ਸੰਸਾਰ ਦੀ ਖਿੱਚ ਵੀ ਚੱਲੀ ਜਾਏ। ਇੱਕ ਪਾਸੇ ਇਹ ਵੀ ਹੋਵੇ ਕਿ ਅਸੀਂ ਬੰਦਗੀ ਕਰਨੀ ਤੇ ਦੂਜੇ ਪਾਸੇ ਇਹ ਵੀ ਹੋਵੇ ਕਰਨੀ ਤਾਂ ਹੈਗੀ ਆ ਪਰ ਪਹਿਲਾਂ ਨਿਬੇੜ ਲਈਏ, ਕਰਨੀ ਤੇ ਹੈਗੀ ਹੈ ਪਹਿਲਾਂ ਫਲਾਣਾ ਸੈੱਟ ਕਰ ਲਈਏ, ਕਰਨੀ ਤਾਂ ਹੈਗੀ ਆ ਪਹਿਲਾਂ ਆਹ ਜੋੜ ਲਈਏ। ਨਹੀਂ, ਸ਼ਾਇਦ ਉਸ ਅਵਸਥਾ 'ਚ ਚੱਲਦਿਆਂ ਜਿੰਨਾ ਚਿਰ ਆਪਾਂ ਨਹੀਂ ਤਿਆਗਿਆ ਜਾਏਗਾ, ਇਹ ਇਕੱਲੇ ਪਦਾਰਥਾਂ ਦੀ ਗੱਲ ਨਹੀਂ, ਆਪਣੇ ਅੰਦਰ ਦਾ ਹੰਕਾਰ ਸਭ ਕੁਝ। ਮੈਂ ਇੱਕ ਉਦਾਹਰਨ ਨਾਮ ਦੇਣਾ ਕਿ ਇੱਕ ਪਾਸੇ ਬੰਦਾ ਦਵਾਈ ਖਾਈ ਜੇ ਤੇ ਦੂਜੇ ਪਾਸੇ ਮਿੱਠਾ ਖਾਈ ਜੇ। ਹੁਣ ਨਾਲ ਤਾਂ ਕੌਲੀਆਂ ਭਰ ਖੰਡ ਦੀਆਂ ਖਾਵੇ ਤੇ ਫਿਰ ਕਵੇ ਵੀ ਮੈਂ ਸ਼ੂਗਰ ਠੀਕ ਕਰਨੀ ਚਾਹੁੰਦਾ, ਮੈਨੂੰ ਸ਼ੂਗਰ ਹੋ ਗਈ, ਮੈਂ ਚਾਹੁੰਦਾ ਕੰਟਰੋਲ ਵਿੱਚ ਹੋ ਜੇ, ਪਰ ਮਿੱਠਾ ਵੀ ਨਹੀਂ ਛੱਡਣਾਗਾ। ਇਉਂ ਕਹਾਣੀ ਹੈ। ਅਸੀਂ ਜ਼ਿੰਦਗੀ ਦੇ ਅੰਦਰ ਆਪਾਂ ਵੀ ਨਹੀਂ ਤਿਆਗਦੇ ਤੇ ਪ੍ਰਾਪਤੀ ਵਾਸਤੇ ਅਰਦਾਸਾਂ ਵੀ ਕਰ ਰਹੇ ਹਾਂ, ਨਹੀਂ ਹੋਏਗੀ। ਸਾਡੇ ਜੀਵਨ ਵਿੱਚ ਜਿਹੜੇ ਦੁੱਖ ਨੇ ਨਾ, ਇਹਨਾਂ ਦਾ ਵੀ ਇੱਕ ਕਾਰਨ ਇਹੀ ਬਣਦਾ ਕਿ ਸ਼ਾਇਦ ਕਿਤੇ ਨਾ ਕਿਤੇ ਜੋ ਕਰਨਾ ਚਾਹੀਦਾ ਹੈ ਉਹ ਅਸੀਂ ਜੀਵਨ ਵਿੱਚ ਕਰ ਨਹੀਂ ਆਉਂਦੇ। ਇੱਕ ਛੋਟੀ ਜਿਹੀ ਉਦਾਹਰਨ ਇੱਕ ਦਿਨ ਗੁਰਮੁਖ ਪਿਆਰੇ ਨੇ ਦਿੱਤੀ, ਬੜੀ ਸਟੀਕ ਮੈਨੂੰ ਜਾਪੀ। ਉਹ ਕਹਿੰਦੇ ਵੀ ਇੱਕ ਦਫਾ ਕੋਈ ਫਕੀਰ ਦੇ ਕੋਲ ਸੰਸਾਰੀ ਮਨੁੱਖ ਗਿਆ ਤੇ ਜਾ ਕੇ ਕਹਿੰਦਾ ਵੀ ਫਕੀਰ ਜੀ, ਮੈਂ ਸੁਣਿਆ ਤੁਸੀਂ ਬੜੇ ਕਰਾਮਾਤੀ ਹੋ, ਕਿਉਂ ਬੜੇ ਲੋਕ ਤੁਹਾਡੇ ਕੋਲ ਆਉਂਦੇ, ਹਰ ਇੱਕ ਬੰਦਾ ਹੱਸਦਾ ਹੀ ਜਾਂਦਾ ਵੀ ਮੈਂ ਉਹਦੇ ਕੋਲ ਗਿਆ, ਮੈਨੂੰ ਆਹ ਪ੍ਰਾਪਤੀ ਹੋ ਗਈ, ਮੈਨੂੰ ਆਹ ਸੁੱਖ ਮਿਲ ਗਿਆ, ਮੇਰੀ ਆਹ ਮੁਸੀਬਤ ਦਾ ਹੱਲ ਹੋ ਗਿਆ। ਮੈਂ ਤੁਹਾਡੇ ਕੋਲ ਆਇਆ ਤੇ ਮੇਰੀ ਮੁਸੀਬਤ, ਮੇਰੀ ਪੀੜਾ, ਮੇਰਾ ਦੁੱਖ ਇਹ ਵੀ ਮੇਰੇ ਘਰ ਵਿੱਚ ਕੀੜੀਆਂ ਬਹੁਤ ਨੇ। ਆ ਵੇਖੋ ਮੇਰੇ ਸਾਰੇ ਸਰੀਰ ਦੇ ਉੱਤੇ ਧੱਫੜ ਹੀ ਧੱਫੜ ਹੋਏ ਪਏ ਨੇ, ਨਾ ਮੈਨੂੰ ਸੌਣ ਦੇਣ ਨਾ ਮੈਨੂੰ ਬਹਿਣ ਦੇਣ, ਤੁਸੀਂ ਕਿਰਪਾ ਕਰੋ। ਉਹ ਫਕੀਰ ਪੂਰਾ ਸੀ, ਉਹ ਧੋਖਾ ਨਹੀਂ ਸੀ ਕਰਦਾ। ਉਹ ਕਹਿੰਦਾ ਵੀ ਨਾ ਤਾਂ ਮੈਂ ਤੈਨੂੰ ਥਾਪੜਾ ਹੀ ਦੇਣਾ, ਬਿੱਲਾ ਮੈਂ ਤੈਨੂੰ ਥਾਪੜਾ ਦਿੱਤਾ ਤੈਨੂੰ ਕੀੜੀਆਂ ਨਹੀਂ ਲੜਨਗੀਆਂ, ਨਹੀਂ ਮੈਂ ਧੋਖਾ ਨਹੀਂ ਕਰਨਾ ਤੇਰੇ ਨਾਲ। ਨਾ ਮੈਂ ਤੈਨੂੰ ਕੋਈ ਦਵਾਈ ਦੇਣੀ ਹੈ, ਬਿੱਲਾ ਦਵਾਈ ਤੈਨੂੰ ਦੇਤੀ ਤੂੰ ਠੀਕ ਹੋ ਜਾਣਾ, ਨਹੀਂ ਮੈਂ ਤੇਰੇ ਘਰੇ ਆਵਾਂਗਾ, ਮੈਂ ਵੇਖਾਂਗਾ ਕਾਰਨ ਕੀ ਹੈ। ਕਹਿੰਦੇ ਸਮਾਂ ਨਿਸ਼ਚਿੰਤ ਹੋਇਆ। 1-2 ਦਿਨਾਂ ਬਾਅਦ ਫਕੀਰ ਉਹਦੇ ਘਰੇ ਗਿਆ, ਉਹਨੇ ਜਾ ਕੇ ਨਿਗਾਹ ਮਾਰੀ ਤੇ ਉਹਨੂੰ ਕਹਿੰਦਾ ਵੀ ਤੇਰੀਆਂ ਕੀੜੀਆਂ ਨਹੀਂ ਹਟਣੀਆਂ। ਉਹ ਬੜਾ ਹੈਰਾਨ ਹੋਇਆ ਵੀ ਫਕੀਰਾ ਤੈਨੂੰ ਮੈਂ ਤਾਂ ਲੈ ਕੇ ਆਇਆ ਵੀ ਮੇਰੇ ਰੋਗ ਦੀ ਨਿਵਰਤੀ ਕਰ। ਉਹ ਕਹਿੰਦਾ ਨਹੀਂ, ਅਸਲ ਵਿੱਚ ਨਾ ਕੀੜੀਆਂ ਦਾ ਦੋਸ਼ ਹੈ ਨਾ ਤੇਰਾ। ਕਹਾਣੀ ਕੀ ਹੈ ਵੀ ਸਾਰੇ ਘਰ ਦੇ ਵਿੱਚ ਖੰਡ ਖਿਲਰੀ ਹੋਈ ਹੈ, ਤੂੰ ਇੰਜ ਕਰ, ਤੂੰ ਖੰਡ ਇਕੱਠੀ ਕਰ ਲਾ, ਤੈਨੂੰ ਕੀੜੀਆਂ ਨੂੰ ਮਾਰਨ ਦੀ ਵੀ ਨਹੀਂ ਲੋੜ ਹੈਗੀ, ਤੈਨੂੰ ਦਵਾਈ ਖਾਣ ਦੀ ਵੀ ਲੋੜ ਹੈ ਨਹੀਂ, ਤੂੰ ਕੇਵਲ ਖੰਡ ਇਕੱਠੀ ਕਰ ਲਾ। ਖੰਡ ਚਾਹੀਦੀ ਹੈ ਘਰ ਦੇ ਵਿੱਚ, ਖੰਡ ਬਿਨਾਂ ਸਰਨਾ ਨਹੀਂ ਹੈ ਤੇਰਾ। ਪਰ ਇਹ ਹੈ ਵੀ ਇਹਦੀ ਜਿਹੜੀ ਜਗ੍ਹਾ ਹੈ ਨਾ, ਇਹਨੂੰ ਉੱਥੇ ਹੀ ਰੱਖ। ਇਹਦੀ ਜਗ੍ਹਾ ਰਸੋਈ ਦੇ ਵਿੱਚ ਡੱਬੇ 'ਚ ਪਾ ਕੇ, ਇਹਨੂੰ ਡੱਬੇ 'ਚ ਪਾ ਕੇ ਰਸੋਈ ਵਿੱਚ ਰੱਖ। ਬਸ ਇਹਨੂੰ ਹੌਲੀ ਜਿਹਾ ਸਾਰੀ ਨੂੰ ਇਕੱਠੀ ਕਰ ਲਾ, ਕੀੜੀਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਬਸ ਇਹ ਸਾਡੀ ਤੁਹਾਡੀ ਜ਼ਿੰਦਗੀ ਦੀ ਕਹਾਣੀ ਹੈ। ਸਾਡੇ ਅੰਦਰ ਜੀਵਨ 'ਚ ਇੰਨੇ ਦੁੱਖ ਨੇ, ਇਹ ਹਰ ਬੰਦਾ ਭਰਿਆ ਪਿਆ। ਅਸੀਂ ਚਾਹੁੰਦੇ ਹਾਂ ਕੋਈ ਸਾਧੂ ਬਸ ਥਾਪੜਾ ਦਵੇ, ਦੁੱਖ ਖਤਮ, ਕੋਈ ਫੂਕ ਮਾਰੇ, ਦੁੱਖ ਖਤਮ, ਕੋਈ ਧਾਗਾ ਬੰਨ੍ਹ ਦੇ ਪੈਰ ਨਾਲ, ਦੁੱਖ ਖਤਮ। ਪਰ ਐਸਾ ਹੋਏਗਾ ਨਹੀਂ। ਕਾਰਨ ਕੀ ਹੈ? ਸਾਨੂੰ ਇਹ ਜਿਹੜੀ ਵਾਸ਼ਨਾ ਦੀ ਖੰਡ ਖਿਲਾਰੀ ਹੋਈ ਹੈ ਨਾ, ਇਹਨੂੰ ਇਕੱਠੀ ਕਰਨਾ ਪਏਗਾ। ਇਹਨੂੰ ਜੋ ਇਹਦੀ ਸਹੀ ਜਗ੍ਹਾ ਹੈ ਉੱਥੇ ਰੱਖਣਾ ਪਵੇਗਾ। ਇਹ ਇੱਕ ਅੱਗ ਹੁੰਦੀ ਨਾ, ਜਿਵੇਂ ਜੇ ਉਹ ਲਿਮਿਟ ਦੇ ਵਿੱਚ ਹੈ ਤੇ ਉਹ ਦੁੱਧ ਵੀ ਗਰਮ ਕਰੇਗੀ, ਉਹ ਪ੍ਰਸ਼ਾਦਾ ਵੀ ਬਣਾਏਗੀ, ਉਹ ਸਬਜ਼ੀ ਵੀ ਬਣਾਏਗੀ। ਜੇ ਉਹ ਲਿਮਿਟ ਤੋਂ ਬਾਹਰ ਹੋ ਗਈ, ਉਸੇ ਅੱਗ ਨੇ ਘਰ ਮਚਾ ਕੇ ਰੱਖ ਦੇਣਾ। ਬਸ ਇਹੀ ਹੈ। ਇਹ ਵਾਸ਼ਨਾ ਸਰੀਰ ਵਿੱਚ ਚਾਹੀਦੀ ਹੈ। ਲੋਭ ਚਾਹੀਦਾ ਹੈ ਪਰਿਵਾਰ ਪੂਰਤੀ ਲਈ, ਕ੍ਰੋਧ ਚਾਹੀਦਾ ਹੈ ਵੀਰ ਰਸ ਜੰਗ ਆਦਿਕ ਦੇ ਵਾਸਤੇ। ਖਾਲਸੇ ਨੇ ਆਪਣਾ ਰਾਜ ਵੀ ਲੈਣਾ ਹੈ, ਖਾਲਸੇ ਨੇ ਦੁਸ਼ਟ ਦਾ ਨਾਸ਼ ਵੀ ਕਰਨਾ ਹੈ। ਕਾਮ ਵਾਸ਼ਨਾ ਚਾਹੀਦੀ ਸੰਸਾਰੀ ਵਾਧੇ ਲਈ, ਪਰ ਹੱਦ ਤੋਂ ਜ਼ਿਆਦਾ ਜਦੋਂ ਕੁਝ ਹੋ ਜਾਏਗਾ ਉਦੋਂ ਜੀਵਨ ਦੁੱਖਾਂ ਨਾਲ ਭਰ ਜਾਏਗਾ। ਸੋ ਮਹਾਰਾਜ ਸਾਹਿਬ ਇੱਥੇ ਇਹ ਸਾਨੂੰ ਸਮਝਾ ਕੇ ਕਹਿੰਦੇ ਤੂੰ ਆਪ ਤਿਆਗ, ਆ ਵਾਸ਼ਨਾ ਨੂੰ ਤਿਆਗ, ਆਪਣੇ ਅਹਮ ਨੂੰ ਤਿਆਗ, ਆਪਣੇ ਹੰਕਾਰ ਨੂੰ ਤਿਆਗ। ਜਦੋਂ ਆਪਾਂ ਤਿਆਗ ਕੇ ਬੇਨਤੀ ਕਰੇਗਾ, ਹੰਕਾਰੀ ਹੋ ਕੇ ਤਾਂ ਬੇਨਤੀ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਹਰੀ ਨੂੰ ਹੰਕਾਰ ਤੇ ਮਾਫ ਕਰਿਓ, ਸੋਚਣ ਦੀ ਗੱਲ ਹੈ। ਸੰਸਾਰ ਦੇ ਬੰਦੇ ਨੂੰ ਨਹੀਂ ਚੰਗਾ ਲੱਗਦਾ ਆਪਾਂ ਹੰਕਾਰੀ ਹੋਈਏ, ਤੇ ਸੰਸਾਰੀ ਮਨੁੱਖ ਨਹੀਂ ਆਪਣੇ ਕੋਲ ਖੜ ਕੇ ਰਾਜੀ। ਪੁੱਛੋ ਉਹਦੇ ਕੋਲ ਕਿਉਂ? ਉਹ ਬੰਦਾ ਬੜਾ ਹੰਕਾਰੀ ਹੈ, ਮੈਂ ਤਾਂ ਨਹੀਂ ਉਹਦੇ ਕੋਲ ਜਾਂਦਾ, ਮੈਂ ਤਾਂ ਨਹੀਂ ਉਹਦੇ ਲਾਗੇ ਖੜਦਾ, ਮੈਂ ਤਾਂ ਨਹੀਂ ਉਹ ਬੰਦਾ ਬੜਾ ਹੰਕਾਰੀ ਹੈ।
ਜੇ ਤੇਰੇ ਅੰਦਰ ਹੰਕਾਰ ਹੈ, ਲੋਕ ਨਹੀਂ ਤੈਨੂੰ ਪਸੰਦ ਕਰਦੇ। ਇਹ ਜਿਹੜੇ ਲੋਕਾਂ ਦੀ ਕੋਈ ਬਹੁਤੀ ਹੈਸੀਅਤ ਅਹਿਮੀਅਤ ਨਹੀਂ ਹੁੰਦੀ, ਤੇ ਜਿਹੜਾ ਪਰਮੇਸ਼ਰ ਇੰਨਾ ਵੱਡਾ ਹੈ ਉਹ ਤੇਰੇ ਹੰਕਾਰ ਨੂੰ ਕਿੱਥੋਂ ਪ੍ਰਵਾਨ ਕਰ ਲੇਗਾ। ਸੋ ਇਹ ਐਸਾ ਇੱਕ ਰੋਗ ਹੈ, ਮੈਂ ਕਹਿੰਦਾ ਹੁੰਦਾ ਹੰਕਾਰ ਦਾ ਰੋਗ ਇੱਕ ਚਮੜੀ ਰੋਗ ਵਰਗਾ ਹੈ। ਤੇ ਚਮੜੀ ਰੋਗ ਵਰਗਾ ਇਹ ਤਾਂ ਹੈ ਕਿ ਜਿਵੇਂ ਸਾਡੇ ਸਰੀਰ ਤੇ ਕੋਈ ਜ਼ਖਮ ਹੋਇਆ ਹੋਵੇ ਨਾ, ਵਗਦਾ ਹੋਵੇ, ਤੇ ਕਿੰਨਾ ਵੀ ਦਾਨਾ ਸਿਆਣਾ ਬੰਦਾ ਹੋਵੇ ਸਾਡੇ ਲਾਗੇ, ਕਿੰਨਾ ਪ੍ਰੇਮ ਕਰਨ ਵਾਲਾ ਹੋਵੇ ਸਾਡੇ ਲਾਗੇ ਨਹੀਂ ਬਹਿੰਦਾ, ਵੀ ਇਹ ਤੇ ਜ਼ਖਮ, ਇਹਦੇ ਕੋਲੋਂ ਜੀ ਦੁਰਗੰਧੀ ਆਉਂਦੀ ਪਈ, ਉਹਦਾ ਜ਼ਖਮ ਵੇਖ ਕੇ ਮੇਰੀ ਤਾਂ ਰੋਟੀ ਬਾਹਰ ਨੂੰ ਆਉਂਦੀ ਪਈ ਸੀਗੀ। ਇਹ ਹੰਕਾਰ ਐਸਾ ਹੈ, ਇਹ ਚਮੜੀ ਰੋਗ ਵਰਗਾ ਹੈ, ਜਿਹਨੂੰ ਵੇਖ ਕੇ ਲੋਕਾਂ ਨੂੰ ਅਲਕਤ ਆਉਂਦੀ ਹੈ। ਤੇਰੇ ਹੰਕਾਰ ਨੂੰ ਵੇਖ ਕੇ ਲੋਕਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ, ਤੇਰੇ ਹੰਕਾਰ ਨੂੰ ਵੇਖ ਕੇ ਲੋਕਾਂ ਦੀ ਰੋਟੀ ਬਾਹਰ ਆਉਣ ਵਾਲੀ ਹੋ ਜਾਂਦੀ ਹੈ। ਭਾਵ ਇਸ ਤਰ੍ਹਾਂ ਦਾ ਤੇਰਾ ਜੀਵਨ ਹੈ, ਤੇ ਇੰਨਾ ਗੰਦਾ ਜੀਵਨ, ਜੇ ਤੂੰ ਕਵੇਂ ਮੈਂ ਦਰਗਾਹ ਲੈ ਜਾਵਾਂਗਾ, ਤੇਰੇ ਮਨ ਦਾ ਭੁਲੇਖਾ ਹੀ, ਇਸ ਭੁਲੇਖੇ ਚੋਂ ਬਾਹਰ ਆ ਜਾ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਤੂੰ ਆਪਾ ਤਿਆਗ ਤੇ ਬੇਨਤੀ ਕਰ। ਫਿਰ ਬੇਨਤੀ ਕੀ ਕਰ? ਲਿਹੋ ਪ੍ਰਭੂ ਲਾੜ ਲਾਏ, ਦਾਤਾ ਮੈਨੂੰ ਆਪਣੇ ਲੜ ਲਾ ਲਾ। ਜਿਵੇਂ ਕਸ਼ਮੀਰੀ ਪੰਡਤਾਂ ਨੇ ਕਿਹਾ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੀ ਬਾਂਹ ਫੜ ਲਾ, ਤੇਰੇ ਤੋਂ ਬਿਨਾਂ ਨਹੀਂ ਕੋਈ ਫੜੇਗਾ। ਤੇ ਪਾਤਸ਼ਾਹ ਜੀ ਨੇ ਵੀ ਫਿਰ ਕਹਿ ਦਿੱਤਾ ਸੀ, ਤੇਗ ਬਹਾਦਰ ਬੋਲਿਆ ਧਰ ਪਏ ਧਰਮ ਨਾ ਛੋੜੀਐ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਂਹ ਨਾ ਛੋੜੀ ਹੈ। ਮਹਾਰਾਜ ਬਾਂਹ ਫਿਰ ਐਸੀ ਫੜਦਾ, ਜਿਹਨੂੰ ਅਸੀਂ ਇੱਕ ਵਚਨ ਪੜ੍ਹਦੇ ਹਾਂ ਕਿ ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਜੇ ਉਹਦੇ ਪੱਲੇ ਨਾਲ ਲੱਗਣਾ ਹੈ, ਸਾਰਾ ਕੁਝ ਜਿਹੜਾ ਉਹ ਕੂੜਾ ਵੇਖਣਾ ਪਵੇਗਾ। ਜਦੋਂ ਸਾਰਾ ਕੁਝ ਕੂੜਾ ਦਿਸ ਪਿਆ, ਝੂਠਾ ਦਿਸ ਪਿਆ, ਫਿਰ ਉਹਦੇ ਪੱਲੇ ਉਹਦੇ ਲੜ ਲੱਗਿਆ ਜਾਂਦਾ ਹੈ। ਤਾਂ ਸਭ ਕਹਿੰਦੇ ਤੂੰ ਬੇਨਤੀ ਕਰ, ਲਿਹੋ ਪ੍ਰਭੂ ਲੜ ਲਾਏ, ਦਾਤਾ ਸਾਨੂੰ ਆਪਣੇ ਲੜ ਨਾਲ ਲਾ ਲਾ। ਕਾਰਨ ਕੀ? ਤੂੰ ਨਹੀਂ ਲੜ ਫੜ ਸਕਦੀ ਉਹਦਾ। ਜੇ ਅਸੀਂ ਇੱਕ ਸਵਾਲ ਕਰੀਏ ਆਪਣੇ ਆਪ ਦੇ ਨਾਲ, ਉਹ ਥਾਨਕਾ 'ਚ ਨਹੀਂ ਆਏਗਾ। ਆਪਣੇ ਆਪ ਨਾਲ ਸਵਾਲ ਕਰੀਏ ਤਾਂ ਅੰਦਰੋਂ ਇੱਕ ਅਰਦਾਸ ਨਿਕਲੇਗੀ, ਦਾਤਾ ਤੇਰਾ ਲੜ ਫੜਨ ਲਈ ਹੱਥ ਚਾਹੀਦੇ ਨੇ, ਤੈਨੂੰ ਜੱਫੀ ਪਾਉਣ ਲਈ ਬਾਹਾਂ ਚਾਹੀਦੀਆਂ ਨੇ, ਤੇਰੇ ਕੋਲ ਦੌੜ ਕੇ ਆਉਣ ਲਈ ਪੈਰ ਚਾਹੀਦੇ ਨੇ, ਪਰ ਸਾਡੇ ਕੋਲ ਤਾਂ ਕੁਝ ਵੀ ਨਹੀਂ। ਤੇ ਆਪ ਜੀ ਹੈਰਾਨ ਹੋਵੋਗੇ ਵੀ ਕੀ ਗੱਲ ਕਹੀ ਜਾਂਦਾ, ਸਾਡੇ ਚੰਗੇ ਭਲੇ ਪੈਰ, ਅਸੀਂ ਪੰਜਾਬ ਤੋਂ ਚੱਲ ਕੇ ਇੱਥੋਂ ਤੱਕ ਆ ਗਏ ਹਾਂ, ਚੰਗੇ ਭਲੇ ਸਾਡੇ ਹੱਥ ਆ, ਕੀ ਗੱਲਾਂ ਕਰਦਾ। ਸਹਿਬ ਬਾਣੀ 'ਚ ਬਚਨ ਕਹਿੰਦੇ, ਰੁਹਲਾ ਟੁੰਡਾ ਅੰਦੁਲਾ। ਕਿਉਂ ਗੱਲ ਲੱਗੈ ਤਾਏ ਕਿ ਸਰੀਰਕ ਤੌਰ ਤੇ ਵੀ ਜਿਸ ਬੰਦੇ ਦੇ ਪੈਰ ਨਾ ਹੋਣ, ਜਿਹੜਾ ਅੱਖਾਂ ਤੋਂ ਅੰਨਾ ਹੋਵੇ, ਹੱਥ ਉਹਦੇ ਨਾ ਹੋਣ, ਤੇ ਉਹ ਕਿਉਂ ਗੱਲ ਲੱਗੈ ਤਾਏ? ਉਹ ਦੌੜ ਕੇ ਕਿਸੇ ਨੂੰ ਗਲ ਵਕੜੀ ਕਿਵੇਂ ਪਾਲੇਗਾ? ਦੌੜਨ ਲਈ ਪੈਰ ਚਾਹੀਦੇ ਨੇ, ਵੇਖਣ ਲਈ ਅੱਖਾਂ ਚਾਹੀਦੀਆਂ ਨੇ, ਗਲ ਵਕੜੀ ਪਾਉਣ ਲਈ ਬਾਹਾਂ ਚਾਹੀਦੀਆਂ ਨੇ। ਦਾਤਾ ਸਾਡੇ ਕੋਲ ਪ੍ਰੇਮ ਦੀ ਅਵਸਥਾ ਵਿੱਚ ਕੁਝ ਵੀ ਨਹੀਂ ਹੈਗਾ, ਨਾ ਸਾਡੇ ਕੋਲ ਗਿਆਨ ਦੇ ਨੇਤਰ ਕਿ ਅਸੀਂ ਤੈਨੂੰ ਵੇਖ ਸਕੀਏ, ਨਾ ਸਾਡੇ ਕੋਲ ਸ਼ਰਧਾ ਦੇ ਪੈਰ ਕਿ ਅਸੀਂ ਦੌੜ ਸਕੀਏ, ਨਾ ਸਾਡੇ ਕੋਲ ਭਾਵਨਾ ਦੀਆਂ ਬਾਹਾਂ ਕਿ ਅਸੀਂ ਤੇਰੇ ਚਰਨਾਂ ਨੂੰ ਗਲਵਕੜੀ ਪਾ ਸਕੀਏ। ਇਸ ਕਰਕੇ ਦਾਤਾ ਤੂੰ ਹੀ ਸਾਡੇ ਤੇ ਤਰਸ ਕਰ। ਜਿਵੇਂ ਭਿਖਾਰੀ ਰੋਡ ਤੇ ਬੈਠਾ ਹੈ, ਉਹ ਚੱਲ ਕੇ ਨਹੀਂ ਕਿਸੇ ਕੋਲ ਜਾ ਸਕਦਾ, ਕਈ ਵਾਰ ਦਾਨੀ ਖੁਦ ਤੁਰ ਕੇ ਆਉਂਦਾ, ਮੈਂ ਉਹਨੂੰ ਕੁਛ ਦੇ ਆਵਾਂ। ਦਾਤਾ ਤੂੰ ਸਾਡੇ ਤੇ ਤਰਸ ਕਰ ਕਿ ਅਸੀਂ, ਭਾਵੇਂ ਸੰਸਾਰ ਕਹਿੰਦਾ ਹੈ ਪਿਆਸਾ ਖੂਹ ਕੋਲ ਜਾਂਦਾ ਹੈ, ਪਰ ਦਾਤਾ ਤੇਰੇ ਘਰ ਦੀ ਖੇਡ ਸੁਣੀ, ਹੋ ਰਿਓ ਗੰਗ ਵਹਾਇਓਣ ਦੁਨਿਆਈ ਆਖੈ ਕਿ ਕਿਉਣ। ਤੂੰ ਸੰਸਾਰ ਤੋਂ ਉਲਟੀ ਗੰਗਾ ਵਹਾਉਂਦਾ ਰਿਹਾ। ਤੂੰ ਆਪ ਭਾਈ ਲਾਲੋ ਦੇ ਘਰ ਚੱਲ ਕੇ ਗਿਆ, ਲਾਲੋ ਨਹੀਂ ਸੀ ਤੇਰੇ ਕੋਲ ਆਇਆ। ਤੂੰ ਆਪ ਕਦੀ ਪਾਤਸ਼ਾਹ ਜੀ ਸੱਜਣ ਠੱਗ ਨੂੰ ਨਿਵਾਜਣ ਆਪ ਗਿਆ, ਉਹ ਨਹੀਂ ਸੀ ਆਇਆ ਤੇਰੇ ਕੋਲ। ਤੂੰ ਆਪ ਕੌਡੇ ਰਾਖਸ਼ ਕੋਲ ਗਿਆ, ਉਹ ਨਹੀਂ ਆਇਆ। ਦਾਤਾ ਸਾਡੇ ਤੇ ਵੀ ਤਰਸ ਕਰ, ਲਿਹੋ ਪ੍ਰਭੂ ਲੜ ਲਾਏ, ਸਾਨੂੰ ਆਪਣੇ ਲੜ ਲਾ ਲੈਣਾ ਕਰ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹ ਨਾ ਜਾਏ। ਸਭ ਕਹਿੰਦੇ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ, ਸੇ ਵਿਛੜ ਕਤਹ ਨਾ ਜਾਏ, ਉਹ ਕਦੀ ਵੀ ਉਹਦੇ ਨਾਲੋਂ ਨਹੀਂ ਵਿਛੜਦੀਆਂ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਉਹਦੇ 'ਚ ਇੱਕ ਜ਼ਿਕਰ ਆਇਆ ਇੱਕ ਧਰਮ ਦਾ, ਸ਼ਾਇਦ ਆਰੀਆ ਸਮਾਜੀਆਂ ਦਾ। ਉਹਨਾਂ ਦੇ ਧਰਮ ਇਸ ਗੱਲ ਦਾ ਦਾਅਵਾ ਕਰਕੇ ਕਹਿੰਦੇ ਵੀ ਜਦੋਂ ਬੰਦਾ ਪਰਮੇਸ਼ਰ ਵਿੱਚ ਮਿਲ ਗਿਆ, ਤੇ ਉਹ ਆਰੀਆ ਸਮਾਜੀ ਕਹਿੰਦੇ ਵੀ 350 ਕਰੋੜ ਬਾਅਦ ਬੰਦਾ ਪਰਮਾਤਮਾ ਤੋਂ ਵੱਖਰਾ ਹੋ ਜਾਂਦਾ ਹੈ। ਇਹ ਉਹਨਾਂ ਦੀ ਇੱਕ ਜਿਵੇਂ ਕਹਿ ਲਓ ਵੀ ਸੋਚ ਜਾਂ ਉਹਨਾਂ ਦੀ ਵਿਆਖਿਆ। ਪਰ ਗੁਰੂ ਨਾਨਕ ਦਾ ਘਰ ਕਹਿੰਦਾ ਵੀ ਜਿਹੜਾ ਇੱਕ ਵਾਰ ਉਹਦੇ 'ਚ ਮਿਲ ਗਿਆ, ਇਹ ਸ੍ਰਿਸ਼ਟੀਆਂ ਪਲਟਣ, ਇਹ ਯੁੱਗ ਬਦਲਣ, ਜੋ ਮਰਜ਼ੀ ਹੋਵੇ, ਪਰ ਵਿਛੜ ਕਤਹ ਨਾ ਜਾਏ, ਉਹ ਪਰਤ ਕੇ ਉਹਦੇ ਵਿੱਚੋਂ ਵਿਛੜਦਾ ਨਹੀਂ ਹੈ। ਜਿਹੜਾ ਪਾਣੀ ਇੱਕ ਵਾਰ ਪਾਣੀ ਵਿੱਚ ਮਿਲ ਗਿਆ, ਉਹਨੂੰ ਦੁਨੀਆ ਦੀ ਕੋਈ ਸਾਇੰਸ ਅਲੱਗ ਨਹੀਂ ਕਰ ਸਕਦੀ। ਜਿਹੜੀ ਹਵਾ ਇੱਕ ਵਾਰ ਹਵਾ 'ਚ ਮਿਲ ਗਈ, ਜਿਹੜਾ ਪ੍ਰਕਾਸ਼ ਇੱਕ ਵਾਰ ਪ੍ਰਕਾਸ਼ 'ਚ ਮਿਲ ਗਿਆ। ਸੋ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਇੱਕ ਵਾਰ ਪਰਮੇਸ਼ਰ ਨਾਲ ਮਿਲ ਗਈਆਂ, ਉਹਨੇ ਮਿਲਾ ਲੀਆਂ, ਸੇ ਵਿਛੜ ਕਤਹ ਨਾ ਜਾਏ, ਉਹ ਪਰਤ ਕੇ ਕਦੀ ਵੀ ਕਿਸੇ ਜਨਮ ਵੀ ਉਹਦੇ ਨਾਲੋਂ ਨਹੀਂ ਵਿਛੜਦੀਆਂ। ਇੱਕ ਤਾਂ ਸਰੀਰ ਤਿਆਗਣ ਤੋਂ ਬਾਅਦ ਦੀ ਗੱਲ ਹੈ। ਜਿਉਂਦੇ ਜੀ ਜਦੋਂ ਸਿਮਰਨ ਅਭਿਆਸੀ ਚੌਂਕੜਾ ਮਾਰਦਾ ਹੈ,
ਵਾਹਿਗੁਰੂ 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 ਕਰਦਾ ਹੈ, ਜਿਹਦੀ ਇੱਕ ਵਾਰ ਉਹਦੇ ਨਾਲ ਸੁਰਤ ਟਿਕ ਗਈ, ਫਿਰ ਸੰਸਾਰ ਦੇ ਵਿੱਚ ਜੋ ਮਰਜ਼ੀ ਹੋ ਜਾਏ ਉਹਦੀ ਸੁਰਤ ਨਹੀਂ ਕਦੀ ਖਿੰਡਦੀ ਹੁੰਦੀ। ਤੇ ਸਾਡੀ ਤਾਂ ਮਾੜਾ ਜਿਹਾ ਕਿਸੇ ਨੇ ਜ਼ੋਰ ਦੀ ਦਰਵਾਜ਼ਾ ਖੋਲ੍ਹਤਾ ਤੇ ਤਾਂ ਸੁਰਤ ਖਿੰਡ ਜਾਂਦੀ ਹੈ। ਸੋ ਖੈਰ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਅਵਸਥਾ ਐਸੀ ਬਣ ਜਾਂਦੀ ਹੈ, ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਫਿਰ ਉਹਨਾਂ ਨੂੰ ਗੁਰੂ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ, ਕੋਈ ਦਿਸਦਾ ਹੀ ਨਹੀਂ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਉਹ ਫਿਰ ਉੱਚੀ ਹੁਲਾਰਾ ਦੇ ਕੇ ਕਹਿੰਦੀਆਂ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਦੂਜੀ ਨਾ ਹੀ ਜਾਏ, ਉਹਨਾਂ ਵਾਸਤੇ ਕੋਈ ਦੂਜੀ ਜਗ੍ਹਾ ਰਹਿ ਹੀ ਨਹੀਂ ਜਾਂਦੀ। ਉਹ ਫਿਰ ਇਹ ਨਹੀਂ ਕਿ ਕਦੀ ਇਸ ਦਰਵਾਜ਼ੇ ਮੱਥਾ ਟੇਕ ਲਿਆ, ਕਦੀ ਉੱਥੇ ਪ੍ਰਸ਼ਾਦ ਚੜ੍ਹਾ ਲਿਆ, ਕਦੀ ਉੱਥੇ ਸੁਖਣਾ ਸੁਖਤੀ, ਕਦੀ ਉੱਥੇ ਧਾਗੇ ਬੰਨ੍ਹ ਦਿੱਤੇ। ਉਹਨਾਂ ਦੀ ਅਵਸਥਾ ਕੀ ਬਣ ਜਾਂਦੀ? ਸਾਹਿਬ ਕਹਿੰਦੇ ਪ੍ਰਭ ਵਿਣ ਦੂਜਾ ਕੋ ਨਹੀਂ। ਉਹ ਕਹਿੰਦੇ ਦਾਤਾ ਤੇਰੇ ਤੋਂ ਬਿਨਾ ਸਾਡੇ ਲਈ ਦੂਜਾ ਹੈ ਹੀ ਕੋਈ ਨਹੀਂ, ਸਭ ਸੰਸਾਰ ਖਤਮ ਹੋ ਗਿਆ, ਹੁਣ ਬਸ ਕੇਵਲ ਤੂੰ ਹੀ ਤੂੰ ਸਾਡਾ ਜਿਹੜਾ ਆਸਰਾ ਰਹਿ ਗਿਆ। ਤੇ ਜੀਵਨ ਵਿੱਚ ਦੂਜੀ ਨਾ ਹੀ ਜਾਏ, ਇਹ ਨਹੀਂ ਵੀ ਉਹ ਦੂਜੀ ਥਾਂ ਨਹੀਂ ਜਾਂਦੇ, ਉਹ ਗੁਰੂ ਤੋਂ ਬਿਨਾ ਕਿਸੇ ਦੂਜੇ ਨੂੰ ਜੀਵਨ 'ਚ ਜਗ੍ਹਾ ਹੀ ਨਹੀਂ ਦਿੰਦੇ। ਇਹ ਨਹੀਂ ਵੀ ਜਿਹੜਾ ਮਰਜ਼ੀ ਆਵੇ ਤੇ ਸਾਡੇ ਹਿਰਦੇ ਘਰ 'ਚ ਆਪਣਾ ਉਪਦੇਸ਼ ਦੇਵੇ ਤੇ ਚੌਂਕੜਾ ਮਾਰ ਲੇ, ਨਹੀਂ। ਸੁਹਾਗਣ ਪਤਨੀ ਜਿਹੜੀ ਹੈ ਆਪਣੇ ਪਤੀ ਤੋਂ ਬਿਨਾ ਦੂਜੇ ਨੂੰ ਕਰ ਥਾਂ ਨਹੀਂ ਦਿੰਦੀ, ਸਤਿਕਾਰ ਸਾਰਿਆਂ ਦਾ ਕਰੇਗੀ। ਉਹ ਸੇਜਾ ਕੇਵਲ ਪਤੀ ਦੀ ਹੈ, ਦੂਜੇ ਦੀ ਨਹੀਂ ਹੈ। ਸੋ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਉਹ ਦੂਜੇ ਨੂੰ ਆਪਣੇ ਜੀਵਨ 'ਚ ਜਗ੍ਹਾ ਨਹੀਂ ਦਿੰਦੀ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਅਖੀਰ ਮਾਲਕ ਜੀ ਤਰਸ ਕਰਦੇ ਨੇ, ਕਹਿੰਦੇ ਐ ਜੀਵ, ਅਸੂ ਦਾ ਮਹੀਨਾ ਆਰੰਭ ਹੋਇਆ ਹੀ, ਤੂੰ ਬੜੇ ਚਾਅ ਨਾਲ ਗੁਰੂ ਦੀ ਇਸ ਹਜ਼ੂਰੀ ਆਇਆ, ਬੜੇ ਚਾਅ ਨਾਲ, ਪਤਾ ਹੀ ਨਹੀਂ ਕਿੰਨਾ ਪੈਸਾ ਖਰਚ ਕੇ, ਕਿੰਨੀਆਂ ਟਿਕਟਾਂ ਲਾ ਕੇ, ਕਿੱਡੇ ਕਿੱਡੇ ਵੱਡੇ ਆਪਣੇ ਕੰਮ ਰੋਕ ਕੇ, ਕਾਰੋਬਾਰ ਰੋਕ ਕੇ, ਸਾਰਾ ਪ੍ਰਬੰਧ ਕਰਕੇ ਐਡੀ ਦੂਰ ਆਇਆ ਤੂੰ ਵੀ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ ਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਾ ਕੇ ਸਰਵਣ ਕਰਨਾ ਹੈ। ਪਰ ਹੁਣ ਜੇ ਤੂੰ ਇੰਝ ਹੀ ਮੁੜ ਗਿਆ, ਤੈਨੂੰ ਪਤਾ ਨਹੀਂ ਤੇਰੇ ਤੇ ਤਰਸ ਆਵੇ ਨਾ ਆਵੇ, ਮੈਨੂੰ ਤੇਰੇ ਤੇ ਬੜਾ ਤਰਸ ਆਉਣਾ ਹੀ। ਗੁਰੂ ਇਸ ਤਰ੍ਹਾਂ ਸਾਨੂੰ ਵੇਖਦਾ ਵੀ ਜਿਵੇਂ ਕਈ ਵਾਰ ਫੇਲ ਹੋ ਜੇ ਨਾ ਬੱਚਾ ਘੱਟ ਰੋਂਦਾ ਹੁੰਦਾ, ਮਾਂ ਪਿਓ ਜ਼ਿਆਦਾ ਰੋਂਦਾ ਹੁੰਦਾ ਵੀ ਸਾਨੂੰ ਤੇਰੇ ਤੇ ਬੜਾ ਤਰਸ ਆ ਰਿਹਾ। ਗੁਰੂ ਨੂੰ ਸਾਡੇ ਤੇ ਬੜਾ ਤਰਸ ਆਉਂਦਾ ਜਦੋਂ ਅਸੀਂ ਖਾਲੀ ਮੁੜ ਜਾਂਦੇ ਇੱਥੋਂ। ਇਸ ਲਈ ਸਾਹਿਬ ਪਾਤਸ਼ਾਹ ਕਹਿੰਦੇ ਅਸੂ ਸੁਖੀ ਵਸੰਦੀਆਂ। ਮੈਂ ਤੈਨੂੰ ਇਹੀ ਕਵਾਂ, ਅਸੂ ਦੇ ਮਹੀਨੇ 'ਚ ਉਹ ਭਾਗਾਂ ਵਾਲੀਆਂ ਜੀਵ ਇਸਤਰੀਆਂ ਬੜੇ ਸੁੱਖ ਨਾਲ ਵਸਦੀਆਂ। ਕੌਣ? ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਉੱਤੇ ਉਸ ਹਰੀ ਪਰਮੇਸ਼ਰ ਦੀ ਕਿਰਪਾ ਵਰਤ ਜਾਂਦੀ। ਤੇ ਤੂੰ ਇੰਜ ਕਰ, ਉਹਦੀ ਕਿਰਪਾ ਤੇ ਵਰਤਦੀ ਪਈ ਹੈ, ਤੂੰ ਹਿਰਦੇ ਦਾ ਭਾਂਡਾ ਸਿੱਧਾ ਕਰ ਤੇ ਤੂੰ ਉਹਦੀ ਕਿਰਪਾ ਦਾ ਪਾਤਰ ਬਣਨ ਦਾ ਯਤਨ ਕਰ। ਭਾਦੋਂ ਦਾ ਮਹੀਨਾ ਵੀ ਸੁੱਖਾਂ ਨਾਲ ਬਤੀਤ ਹੋ ਗਿਆ, ਤੇਰਾ ਇਹ ਵੀ ਮਹੀਨਾ ਜਿਹੜਾ ਤੈਨੂੰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਤੇਰੀ ਆਪ ਪ੍ਰਤਪਾਲਨਾ ਕਰੇਗਾ ਤੇ ਸੁੱਖ ਦੇ ਨਾਲ ਬਤੀਤ ਹੋ ਜਾਏਗਾ। ਸੋ ਇੱਥੇ ਸਮਾਂ ਸੰਪੰਨ ਹੈ। ਮਹਾਰਾਜ ਤਰਸ ਕਰਨ, ਇਹ ਮਹੀਨਾ ਸਾਰਿਆਂ ਤੇ ਸੁੱਖ ਭਰਿਆ ਬਤੀਤ ਹੋਵੇ। ਨਾਮ ਦੀ ਦਾਤ, ਅੰਮ੍ਰਿਤ ਵੇਲਾ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਦੇ ਜੀਵਨ ਦਾਨ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਭੁੱਲਾਂ ਦੀ ਖਿਮਾ। ਹੁਣ ਇਸ ਤੋਂ ਬਾਅਦ ਅਰਦਾਸ ਬੇਨਤੀ, ਫਿਰ ਮੁੱਖ ਵਾਕ, ਫਿਰ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਸ਼ਸਤਰਾਂ ਦੇ ਦਰਸ਼ਨ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਦੇਵ ਸਿੰਘ ਸਾਹਿਬ ਜੀ ਆਪ ਜੀ ਨੂੰ ਕਰਵਾਉਣਗੇ। ਸੋ ਆਪ ਸਾਰਿਆਂ ਨੇ ਜਦੋਂ ਅਰਦਾਸ ਸਮਾਪਤ ਹੋਵੇਗੀ ਤਾਂ ਆਪ ਸਾਰਿਆਂ ਨੇ ਨੇੜੇ ਸਾਹਮਣੇ ਹੋ ਕੇ ਬਹਿ ਜਾਣਾ ਤਾਂ ਕਿ ਸਾਹਮਣੇ ਆਪ ਜੀ ਨੂੰ ਖੁੱਲ੍ਹੇ ਦਰਸ਼ਨ ਹੋ ਸਕਣ। ਭੁੱਲਾਂ ਦੀ ਖਿਮਾ ਦਾਤਾ ਜੀ ਸਮੱਤ ਦੀ ਦਾਤ ਬਖਸ਼ ਨਿਵਾਜਣਾ ਕਰਨ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।